ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ BC ਇਲੈਕਸ਼ਨ ਅਪਡੇਟ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਹੁਣ ਇਲੈਕਸ਼ਨ ਹੈਗੀਆਂ ਨੇ 24 ਤਰੀਕ ਨੂੰ ਇਲੈਕਸ਼ਨ ਹੈਗੀਆਂ ਨੇ ਤੇ ਬਹੁਤ ਹੀ ਘੱਟ ਸਮਾਂ ਬਚ ਗਿਆ ਹੈ। ਜੇ ਅਸੀਂ ਪ੍ਰੀ ਪੋਲਸ ਦੀ ਗੱਲ ਕਰੀਏ ਤਾਂ ਪ੍ਰੀ ਪੋਲਸ 16 ਅਕਤੂਬਰ ਤੋਂ ਸਟਾਰਟ ਹੋ ਜਾਣੇ ਹੈਗੇ। ਐਡਵਾਂਸ ਪੋਲਿੰਗ ਤੁਸੀਂ ਕਰ ਸਕਦੇ ਹੋ 16 ਤੋਂ ਲੈ ਕੇ 21 ਤਰੀਕ ਤੱਕ ਤੇ 24 ਅਕਤੂਬਰ ਨੂੰ ਫਾਈਨਲ ਵੋਟਾਂ ਹੋਣੀਆਂ ਨੇ। ਦੇਖਿਆ ਜਾਵੇਗਾ ਕਿ BC ਦੇ ਵਿੱਚ ਕਿਹੜੀ ਸਰਕਾਰ ਆਉਂਦੀ ਹੈ, NDP ਸਰਕਾਰ ਆਉਂਦੀ ਹੈ ਜਾਂ ਲਿਬਰਲ ਸਰਕਾਰ ਆਉਂਦੀ ਹੈ, ਕਿਹੜੇ ਜਿਹੜੀ ਪਾਰਟੀ ਹੈ ਉਹਦੇ ਖਾਤੇ ਦੇ ਵਿੱਚ ਕਿੰਨੀਆਂ ਸੀਟਾਂ ਜਾਂਦੀਆਂ ਨੇ, ਚਾਹੇ ਉਹ ਲਿਬਰਲਸ ਨੇ, NDP ਨੇ ਜਾਂ ਉਹ ਗ੍ਰੀਨ ਪਾਰਟੀ ਹੈਗੀ ਹੈ। ਕਿਉਂਕਿ ਪੈਂਡੈਮਿਕ ਚੱਲ ਰਿਹਾ ਤੇ ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਵੋਟਾਂ ਕਰਵਾਉਣੀਆਂ ਜਿਹੜੀਆਂ ਸੀ ਉਹ ਅਣਚਾਹੀਆਂ ਤੇ ਅਣਲੋੜੀਆਂ ਵੋਟਾਂ ਹੈਗੀਆਂ ਜਿਹੜੀਆਂ ਹੁਣ ਅਸੀਂ ਕਰਨ ਜਾ ਰਹੇ ਹੈਗੇ। ਲਿਬਰਲ ਸਰਕਾਰ ਵੀ ਇਹੀ ਕੁਝ ਕਹਿ ਰਹੀ ਹੈ ਤੇ ਅੱਜ ਲਿਬਰਲ ਸਰਕਾਰ ਤੋਂ ਇੱਕ MLA ਕੈਂਡੀਡੇਟ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਵੇਗੀ ਕਿ ਲਿਬਰਲ ਸਰਕਾਰ ਕੀ ਕੁਝ ਕਰਨ ਜਾ ਰਹੀ ਹੈ, ਕੀ ਉਹਨਾਂ ਦਾ ਏਜੰਡਾ ਹੋਵੇਗਾ, ਕੀ ਪਲੇਟਫਾਰਮ ਹੋਵੇਗਾ, ਕਿਉਂਕਿ ਹੌਲੀ ਹੌਲੀ ਉਹਨਾਂ ਦੇ ਦੁਆਰਾ ਰਿਵੀਲ ਕੀਤਾ ਜਾ ਰਿਹਾ ਹੈ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ BC ਦੇ ਲੋਕਾਂ ਦੇ ਲਈ ਕੀ ਕੁਝ ਕਰੇਗੀ। ਤੇ ਅੱਜ ਜੋ ਸਟੂਡੀਓ ਦੇ ਵਿੱਚ MLA ਕੈਂਡੀਡੇਟ ਨੇ ਉਹਨਾਂ ਨੂੰ ਤੁਸੀਂ ਬਾਖੂਬੀ ਜਾਣਦੇ ਹੋ, ਉਹਨਾਂ ਨੇ 2 ਵਾਰ ਚੋਣ ਜਿੱਤੀ ਹੈਗੀ ਹੈ, ਮਿਊਨਿਸਪਲ ਇਲੈਕਸ਼ਨ ਜਿੱਤੀ ਹੈਗੀ ਹੈ ਤੇ ਟਰਸਟੀ ਕਰੰਟ ਟਰਸਟੀ ਹੈਗੇ ਨੇ, ਸਰੀ ਸਕੂਲ ਬੋਰਡ ਦੇ ਵਿੱਚੋਂ ਟਰਸਟੀ ਹੈਗੇ ਨੇ। 2018 ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਪੂਰੀ ਸਲੇਟ ਜਿਹੜੀ ਜਿੱਤੀ ਸੀਗੀ ਤੇ ਨਾਲ ਇੱਕ ਬਹੁਤ ਹੀ ਜਾਣੇ ਮਾਨੇ ਰੀਅਲ ਸਟੇਟ ਏਜੰਟ ਵੀ ਹੈਗੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਆਪਣੀ ਕੰਪਨੀ ਹੈਗੀ ਹੈ ਤੇ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੈਗੇ। ਫਲੀਟਵੁੱਡ ਏਰੀਏ ਦੇ ਵਿੱਚੋਂ ਉਹ ਕੰਪੀਟ ਕਰਨ ਜਾ ਰਹੇ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਹੋਵੇਗੀ। ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਮੇਰੇ ਨਾਲ ਨੇ ਗੁਰਪ੍ਰੀਤ ਗੇੜੀ ਥਿੰਦ। ਲੈਟਸ ਵੈਲਕਮ। ਸੋ ਮਿਸਟਰ ਥਿੰਦ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਅਰਸ਼ਦੀਪ ਤੇ ਤੁਹਾਡੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਸਟਰ ਥਿੰਦ, ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨਸ। ਥੈਂਕ ਯੂ ਜੀ। ਤੇ ਟਰਸਟੀ ਐਜ਼ ਅ ਟਰਸਟੀ ਤੁਹਾਡੇ ਨਾਲ ਹਰ ਵਾਰ ਗੱਲਬਾਤ ਹੁੰਦੀ ਰਹਿੰਦੀ ਹੈਗੀ ਹੈ। ਸੋ ਅੱਜ ਪਹਿਲੀ ਵਾਰ ਤੁਹਾਡੇ ਨਾਲ ਐਜ਼ ਅ MLA ਕੈਂਡੀਡੇਟ ਜਿਹੜੀ ਗੱਲਬਾਤ ਹੋ ਰਹੀ ਹੈ। ਸਭ ਤੋਂ ਪਹਿਲਾਂ MLA ਕੈਂਡੀਡੇਟ ਵੱਲ ਜਾਣ ਦਾ, ਇਸ ਜ਼ਿੰਮੇਵਾਰੀ ਵੱਲ ਜਾਣ ਦਾ ਖਿਆਲ ਕਿਸ ਤਰ੍ਹਾਂ ਹੈ? ਦੇਖੋ, ਜਦੋਂ ਵੀ ਆਪਾਂ ਐਜ਼ ਅ ਸਕੂਲ ਬੋਰਡ ਟਰਸਟੀ ਗੱਲ ਕੀਤੀ ਹੈ ਤੁਹਾਡੇ ਨਾਲ, ਆਪਾਂ ਇਸ਼ੂਜ਼ ਦੇ ਗੱਲ ਕੀਤੀ ਆ ਵੀ ਆਹ ਸਾਡੇ ਸਰੀ ਦੇ ਵਿੱਚ ਇਸ਼ੂ ਆ। ਸਾਰਿਆਂ ਨਾਲੋਂ ਜਿਹੜਾ ਟੌਪ ਦੇ ਉੱਤੇ ਇਸ਼ੂਜ਼ ਆਲਵੇਜ਼ ਹੀ ਆਇਆ ਉਹ ਪੋਰਟੇਬਲਸ ਦਾ ਆਇਆ ਹੈਗਾ। ਸਰੀ ਦੇ ਵਿੱਚ ਜਿਹੜੀ ਕੈਪੀਟਲ ਫੰਡਿੰਗ ਦੀ ਗੱਲ ਹੋਈ, ਉਸ ਤੋਂ ਬਾਅਦ ਆਪਾਂ ਇਸ਼ੂਜ਼ ਦੀ ਗੱਲ ਕੀਤੀ ਵੀ ਜਿਹੜੇ ਸਾਡੇ ਸਪੈਸ਼ਲ ਨੀਡਸ ਕਿਡਸ ਹੈਗੇ ਆ, ਬੱਚੇ ਹੈਗੇ ਆ, ਉਹਨਾਂ ਲਈ ਜਿਹੜੀ ਫੰਡਿੰਗ ਆ ਪ੍ਰੋਪਰ ਨਹੀਂ ਸਾਨੂੰ ਮਿਲ ਰਹੀ ਹੈਗੀ। ਐਵਰੀ ਡਾਲਰ ਜਿਹੜਾ ਸਾਨੂੰ ਉੱਥੋਂ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਮਿਲਦਾ, ਅਸੀਂ ਉਹ $2 ਜਿਹੜਾ ਖਰਚਾ ਕਰਦੇ ਹੈਗੇ ਆ, ਸਟਿਲ ਉਹ ਇਨਫ ਨਹੀਂ ਹੈਗਾ। ਜਿਹੜੇ ਬੱਚਿਆਂ ਦੀ ਸਪੈਸ਼ਲ ਨੀਡ ਬੱਚਿਆਂ ਨੂੰ, ਉਹਨਾਂ ਨੂੰ ਇਨਫ ਟਾਈਮ ਆਵਰਸ ਨਹੀਂ ਮਿਲ ਰਹੇ ਹੈਗੇ, ਇਨਫ EA ਸਪੋਰਟ ਨਹੀਂ ਮਿਲ ਰਹੀ ਹੈਗੀ। ਸੋ ਜਿਹੜੇ ਉਸ ਦੇ ਨਾਲ ਜਿਹੜੇ ਮੁੱਦੇ ਹੈਗੇ ਟੀਚਰਸ ਦੀ ਜਿਹੜੀ ਇਨਫ ਜਿਹੜੀ ਆਪਣੇ ਕੋਲੇ ਉਹਨਾਂ ਦੀਆਂ ਸੈਲਰੀਜ਼ ਹੋ ਗਈਆਂ ਜਾਂ ਜੋ ਵੀ ਆ, ਉਹ ਮੁੱਦਿਆਂ ਦੇ ਉੱਤੇ ਵੀ ਜਿਹੜਾ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈਗੀ ਆ। ਸਕੂਲ ਸੇਫਟੀ ਦੇ ਉੱਤੇ ਬਹੁਤ ਵਿਚਾਰ ਕਰਨ ਦੀ ਲੋੜ ਆ। ਸੋ ਇਹਨਾਂ ਮੁੱਦਿਆਂ ਦੇ ਉੱਤੇ ਮੈਂ ਬਹੁਤ ਹੀ ਜ਼ਿਆਦਾ ਚਿੰਤਿਤ ਸੀਗਾ। ਸਕੂਲ ਬੋਰਡ ਦੇ ਵਿੱਚ ਬੈਠ ਕੇ ਤੁਸੀਂ ਉਹਨੂੰ ਇੰਨਾ ਜ਼ਿਆਦਾ ਕੰਟਰੋਲ ਨਹੀਂ ਕਰ ਸਕਦੇ ਜਿੰਨਾ ਕਿ ਤੁਸੀਂ ਵਿਕਟੋਰੀਆ ਦੇ ਵਿੱਚ ਜਾ ਕੇ ਕਰ ਸਕਦੇ ਹੋ। ਤਾਂ ਮੈਂ ਡਿਸੀਜਨ ਇਹ ਲਿਆ ਵੀ ਹੁਣ ਮੈਂ 6 ਸਾਲ ਜਿਹੜੀ ਕਮਿਊਨਿਟੀ ਦੀ ਲੋਕਲ ਲੈਵਲ 'ਤੇ ਸੇਵਾ ਕੀਤੀ ਆ ਤੇ ਨਾਓ ਇਟਸ ਟਾਈਮ ਫॉर ਮੀ ਟੂ ਮੂਵ ਅਪ ਐਂਡ ਸਰਵ ਦੀ ਕਮਿਊਨਿਟੀ ਐਟ ਦੀ ਪ੍ਰੋਵਿੰਸ਼ੀਅਲ ਲੈਵਲ। ਪ੍ਰੋਵਿੰਸ਼ੀਅਲ ਲੈਵਲ ਦੀ ਗੱਲ ਕਰਦੇ ਹਾਂ ਤੇ NDP ਜਿਹੜੀ ਸਰਕਾਰ ਹੈਗੀ ਆ ਉਹ ਮਾਈਨੋਰਿਟੀ ਸਰਕਾਰ ਹੈਗੀ ਹੈ, ਗ੍ਰੀਨ ਪਾਰਟੀ ਦੀ ਸਹਾਇਤਾ ਦੇ ਨਾਲ ਉਹ ਕੰਮ ਕਰ ਰਹੀ ਸੀ ਤੇ ਸਨੈਪ ਇਲੈਕਸ਼ਨ ਉਹਨਾਂ ਦੇ ਦੁਆਰਾ ਕਾਲ ਕੀਤਾ ਜਾ ਰਿਹਾ ਤੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਅਨਨੈਸੈਸਰੀ ਇਲੈਕਸ਼ਨਸ ਹੈਗੀਆਂ। ਵਾਈ ਸੋ? ਬਿਲਕੁਲ ਜੀ। ਆਪਾਂ ਦੇਖੋ ਕੋਵਿਡ-19 ਦੇ ਮੈਨੂੰ ਕੱਲ੍ਹ ਦੇ ਜਿਹੜੇ ਫਿਗਰ ਮਿਲੇ ਆ, 238 ਨਵੇਂ ਕੇਸ ਇੱਕੋ ਦਿਨ ਦੇ ਵਿੱਚ ਆਏ ਆ ਜਿਹੜੇ ਕਿ ਹਾਈਐਸਟ ਐਵਰ ਹੈਗੇ ਆ। ਸੋ ਜਿਹੜਾ ਗ੍ਰਾਫ ਹੈ ਕੋਵਿਡ-19 ਦਾ ਉਹ ਤਾਂ ਉੱਤੇ ਜਾ ਰਿਹਾ ਤੇ ਅਸੀਂ ਉਸ ਮਤਲਬ ਕਿ ਟਾਈਮ ਦੇ ਵਿੱਚ ਜਿੱਥੇ ਕਿ ਲੋਕਾਂ ਦੀ ਸੇਫਟੀ ਤੇ ਜਿਹੜੀ ਉਹਨਾਂ ਦੀ ਹੈਲਥ ਹੈ ਉਹਦੇ ਬਾਰੇ ਸਰਕਾਰ ਨੂੰ ਚਿੰਤਾ ਕਰਨ ਦੀ ਬਜਾਏ ਇਹ ਸਨੈਪ ਇਲੈਕਸ਼ਨ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਸੀਗੀ। ਕਿਉਂਕਿ ਨਾ ਹੀ ਤਾਂ ਤੁਹਾਡੀ ਵਿਰੋਧੀ ਪਾਰਟੀ ਆ ਜਿਹੜੀ ਲਿਬਰਲ ਪਾਰਟੀ ਆ ਉਹ ਕਹਿ ਰਹੀ ਆ ਵੀ ਤੁਸੀਂ ਇਲੈਕਸ਼ਨ ਕਰਾਓ, ਨਾ ਹੀ ਜਿਹੜੀ ਤੁਹਾਡੀ ਸਹਿਯੋਗੀ ਪਾਰਟੀ ਆ ਜਿਹੜੀ ਗ੍ਰੀਨ ਪਾਰਟੀ ਆ ਉਹ ਕਹਿ ਰਹੀ ਆ ਵੀ ਤੁਸੀਂ ਇਲੈਕਸ਼ਨ ਕਰਵਾਓ। ਫਿਰ ਇਹ ਇਲੈਕਸ਼ਨ ਜਿਹੜੇ ਕਰਾਉਣ ਦਾ ਕੀ ਮਕਸਦ ਸੀਗਾ? ਸਿਰਫ ਤੇ ਸਿਰਫ ਸੱਤਾ ਨੂੰ ਆਪਦੇ ਹੱਥ ਦੇ ਵਿੱਚ ਕੰਟਰੋਲ ਕਰਨਾ, ਸਿਰਫ ਤੇ ਸਿਰਫ ਮੈਜੋਰਟੀ ਗਵਰਨਮੈਂਟ ਬਣਾਉਣਾ ਜਿਹੜਾ ਇਹਨਾਂ ਦਾ ਉਦੇਸ਼ ਸੀਗਾ। ਐਸੇ ਲਈ ਜਿਹੜੀ ਲੋਕਾਂ ਦੀ ਹੈਲਥ ਤੇ ਉਹਨਾਂ ਦੀ ਸੇਫਟੀ ਨਾਲ ਇਹ ਖਿਲਵਾੜ ਕੀਤਾ ਗਿਆ। ਮਿਸਟਰ ਥਿੰਦ, ਹੁਣ ਜੇ ਅਸੀਂ ਲਿਬਰਲ ਸਰਕਾਰ ਦੀ ਗੱਲ ਕਰੀਏ, ਜੇ ਦੁਬਾਰਾ ਚੁਣੀ ਜਾਂਦੀ ਹੈ ਤਾਂ ਸਕੂਲਾਂ ਦਾ ਜਿਹੜਾ ਇਸ਼ੂ ਹੈਗਾ ਹੈ, ਕਿਉਂਕਿ ਤੁਸੀਂ ਕਲੋਜ਼ਲੀ ਕੰਮ ਕੀਤਾ ਸਕੂਲਾਂ ਦੇ ਨਾਲ, ਅਸੀਂ ਜਿਹੜੇ ਹੋਰ ਇਸ਼ੂ ਜਿਹੜੇ ਪਲੇਟਫਾਰਮ ਦੀ ਅਨਾਉਂਸਮੈਂਟ ਹੈਗੀ
ਹੈਗੀ ਉਹਦੇ ਬਾਰੇ ਵੀ ਗੱਲ ਕਰਾਂਗੇ, ਪਰ ਹੁਣ ਜਦੋਂ ਸਕੂਲਾਂ ਦੀ ਗੱਲ ਹੋ ਹੀ ਰਹੀ ਹੈ ਤਾਂ ਉਹਦੇ ਵਿੱਚ ਹੁਣ ਜਿਹੜੇ ਸਕੂਲ ਹੈਗੇ ਨੇ ਉਹ ਖੋਲੇ ਗਏ ਹੈਗੇ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਰਚੁਅਲੀ ਪੜਾਉਣਾ ਜਿਹੜਾ ਉਹ ਆਪਸ਼ਨ ਚੁਣਿਆ, ਵਰਚੁਅਲੀ ਪੜਾ ਰਹੇ ਹੈਗੇ ਨੇ। ਉਹ ਵੀ ਗੈਰੀ ਥਿੰਦ ਦੀ ਐਡਵੋਕੇਸੀ ਦੇ ਕਾਰਨ। ਗੈਰੀ ਥਿੰਦ ਕੱਲਾ ਇੱਕੋ ਹੀ ਟਰਸਟੀ ਸੀਗਾ ਜਿਹਨੇ ਇਹਦੇ ਹੱਕ ਵਿੱਚ ਆਵਾਜ਼ ਉਠਾਈ ਵੀ ਇਹ ਗਵਰਨਮੈਂਟ ਦਾ ਡਿਸੀਜਨ ਗਲਤ ਹੈ। ਜਿਹੜਾ ਪਹਿਲਾਂ ਓਰੀਜਨਲ ਗਵਰਨਮੈਂਟ ਦਾ ਡਿਸੀਜਨ ਸੀਗਾ ਐਨਡੀਪੀ ਸਰਕਾਰ ਦਾ, ਉਹ ਇਹ ਸੀਗਾ ਵੀ ਸਕੂਲਸ ਜਿਹੜੇ ਫੁੱਲ ਕਪੈਸਿਟੀ ਦੇ ਉੱਤੇ ਖੋਲੇ ਜਾਣ। ਉਹਨਾਂ ਨੂੰ ਫੁੱਲ ਕਪੈਸਿਟੀ ਦੇ ਉੱਤੇ ਜਿਹੜਾ ਨਾ ਖੋਲਣ ਦਾ ਜਿਹੜਾ ਮਕਸਦ ਸੀਗਾ ਉਹਨੂੰ ਨਾਕਾਮਯਾਬ ਕਰਨ ਦੇ ਵਿੱਚ ਗੈਰੀ ਥਿੰਦ ਦਾ ਹੱਥ ਹੈ, ਕਿਉਂਕਿ ਹਰੇਕ ਰੇਡੀਓ ਸਟੇਸ਼ਨ ਤੇ ਹਰੇਕ ਟੀਵੀ ਸਟੇਸ਼ਨ ਦੇ ਉੱਤੇ ਮੈਂ ਜਾ ਕੇ ਇਹੀ ਕਿਹਾ ਕਿ ਵੀ ਇਹ ਤੁਸੀਂ ਨਾ ਕਰੋ, ਇਹਦੇ ਨਾਲ ਜਿਹੜੇ ਕੋਵਿਡ-19 ਦੇ ਕੇਸਿਸ ਆ ਬਹੁਤ ਜ਼ਿਆਦਾ ਹੋਣਗੇ। ਤੁਸੀਂ ਦੇਖੋ ਵੀ ਤਕਰੀਬਨ 25% ਐਲੀਮੈਂਟਰੀ ਏਜਡ ਬੱਚੇ ਜਿਹੜੇ ਅੱਜ ਘਰੋਂ ਐਜੂਕੇਸ਼ਨ ਲੈ ਰਹੇ ਹੈਗੇ ਆ 11,000 ਦੇ ਕਰੀਬ। ਫਿਰ ਵੀ ਸਾਡੇ ਸਰੀ ਦੇ ਵਿੱਚ ਜਿਹੜੇ ਆਊਟਬ੍ਰੇਕਸ ਹੈਗੇ ਆ ਉਹ ਤਕਰੀਬਨ 18-19 ਸਕੂਲਾਂ ਦੇ ਵਿੱਚ, ਕਈ ਸਕੂਲਾਂ ਦੇ ਵਿੱਚ ਮਲਟੀਪਲ ਆਊਟਬ੍ਰੇਕਸ ਹੋ ਗਏ। ਉਹ ਜਿਹੜੇ ਆਊਟਬ੍ਰੇਕਸ ਦੀ ਸੰਖਿਆ ਜਿਹੜੀ ਦਿਨੋਂ ਦਿਨ ਵੱਧ ਰਹੀ ਹੈਗੀ ਆ, ਤੇ ਤੁਸੀਂ ਇਮੈਜਿਨ ਕਰੋ ਜੇ 100% ਕਪੈਸਿਟੀ ਦੇ ਵਿੱਚ ਸਕੂਲ ਖੁੱਲੇ ਹੁੰਦੇ ਤੇ ਆਊਟਬ੍ਰੇਕ ਕਿੱਥੇ ਜਾਣੀ ਸੀ। ਸਿਰਫ ਜੇ ਸਰੀ ਦੇ ਸਕੂਲਾਂ ਦੀ ਆਊਟਬ੍ਰੇਕਸ ਦੀ ਗੱਲ ਕਰੀਏ, ਪੂਰੇ ਸੂਬੇ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਸਾਰਿਆਂ ਨਾਲੋਂ ਜ਼ਿਆਦਾ ਨੰਬਰ ਜਿਹੜਾ ਇਸ ਟਾਈਮ ਕੱਲਾ ਸਰੀ ਦੇ ਵਿੱਚ ਹੈਗਾ ਜੀ। ਸਟਿਲ ਬਹੁਤ ਸਾਰੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਹੈਗੇ ਨੇ, ਇਨ ਪਰਸਨ ਕਲਾਸਾਂ ਲਗਾ ਰਹੇ ਨੇ। ਇਫ ਤੁਹਾਡੀ ਸਰਕਾਰ ਜੇ ਇਲੈਕਟ ਹੁੰਦੀ ਹੈ ਤਾਂ ਕੀ ਇਹ ਡਿਸੀਜਨ ਚੇਂਜ ਕੀਤਾ ਜਾਊਗਾ, ਸਕੂਲ ਬੰਦ ਕੀਤੇ ਜਾਣਗੇ? ਦੇਖੋ ਮੇਰਾ ਜਿਹੜਾ ਇਹੀ ਪਹਿਲਾਂ ਵੀ ਇਹੀ ਫੈਸਲਾ ਸੀਗਾ ਔਰ ਅੱਜ ਵੀ ਮੈਂ ਉਹਦੇ ਉੱਤੇ ਫਰਮ ਸਟੈਂਡ ਕਰਦਾ ਵੀ ਜਿਹੜੇ ਆਪਣੇ ਅਸੈਂਸ਼ੀਅਲ ਵਰਕਰਸ ਹੈਗੇ ਆ, ਚਾਹੇ ਉਹ ਫਸਟ ਰਿਸਪੌਂਡਰਸ ਹੈਗੇ ਆ, ਚਾਹੇ ਉਹ ਐਮਰਜੈਂਸੀ ਵਰਕਰਸ ਹੈਗੇ ਆ, ਨਰਸਿਸ ਲਾ ਲਓ, ਡਾਕਟਰਸ ਲਾ ਲਓ, ਜਾਂ ਜਿਹੜੇ ਅਸੈਂਸ਼ੀਅਲ ਸਰਵਿਸਿਜ਼ ਮੈਨੂਫੈਕਚਰਿੰਗ ਨਾਲ ਰਿਲੇਟਡ ਬਿਜ਼ਨੈਸਿਸ ਹੈਗੇ ਆ, ਉਹ ਸਾਰੇ ਜਿਹੜੇ ਆਪਾਂ ਨੂੰ ਚਾਹੇ ਉਹ ਕੋਵਿਡ ਦੀ ਕਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੈਗੀ ਉਹਨਾਂ ਨੂੰ ਆਪਾਂ ਨੂੰ ਓਪਨ ਰੱਖਣਾ ਹੀ ਪੈਣਾ। ਉਹਨਾਂ ਦੇ ਬੱਚਿਆਂ ਨੂੰ ਆਪਾਂ ਨੂੰ ਸਕੂਲਾਂ ਦੇ ਵਿੱਚ ਭੇਜਣਾ ਹੀ ਪੈਣਾ। ਆਪਣੇ ਲਈ ਜ਼ਰੂਰੀ ਆ ਸਕੂਲ ਖੋਲ੍ਹਣੇ ਉਹਨਾਂ ਲਈ, ਸਾਰਿਆਂ ਲਈ। ਪਰ ਜਿਹੜੇ ਪੇਰੈਂਟਸ ਅਫੋਰਡ ਕਰਦੇ ਆ ਵੀ ਸਾਡੇ ਬੱਚੇ ਘਰੇ ਬੈਠ ਕੇ ਸਟੱਡੀ ਕਰ ਲੈਣ, ਅਸੀਂ ਉਹਨਾਂ ਨਾਲ ਘੰਟਾ 2 ਘੰਟੇ ਆਪ ਸਪੈਂਡ ਕਰ ਸਕਾਂਗੇ। ਜਿਸ ਤਰ੍ਹਾਂ ਮੈਂ ਹੈਗਾ, ਮੇਰੇ ਬੱਚੇ ਤਿੰਨੋਂ ਘਰੋਂ ਸਟੱਡੀ ਕਰ ਰਹੇ ਆ, 2 ਐਲੀਮੈਂਟਰੀ ਏਜ ਦਾ, 1 ਸੈਕੰਡਰੀ ਏਜ ਆ। ਮੇਰੇ ਨਾਲ ਦੇ ਬਹੁਤ ਸਾਰੇ ਇਹੋ ਜਿਹੇ ਪੇਰੈਂਟ ਆ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਕਨਫਿਊਜ਼ ਸੀਗੇ ਵੀ ਅਸੀਂ ਸਕੂਲ ਭੇਜੀਏ ਕਿ ਘਰੇ ਰੱਖੀਏ। ਅਲਟੀਮੇਟਲੀ ਉਹਨਾਂ ਨੇ ਸਕੂਲ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਇਹ ਸੀਗੀਆਂ ਵੀ ਤੁਸੀਂ ਇਹਨਾਂ ਨੂੰ ਐਨਫੋਰਸ ਕਰੋ ਮੈਕਸਿਮਮ ਨੰਬਰ ਜਿਹੜਾ ਸਕੂਲ ਦੇ ਵਿੱਚ ਲੈ ਕੇ ਆਉਣ ਲਈ, ਤਾਂ ਕਿ ਜਿਹੜੇ ਇਹ ਸਨੈਪ ਇਲੈਕਸ਼ਨ ਹੈ ਇਹਨਾਂ ਤੇ ਬਹੁਤਾ ਜਿਹੜੀ ਪਬਲਿਕ ਦਾ ਪ੍ਰਤੀਕਿਰਿਆ ਨਾ ਹੋਵੇ। ਤਾਂ ਉਹ ਜਿਹੜਾ ਉਹਨਾਂ ਦਾ ਜਿਹੜਾ ਫੈਸਲਾ ਕਾਫੀ ਹੱਦ ਤੱਕ ਨਾਕਾਮ ਹੋਇਆ। ਹਾਂਜੀ, ਜੇ ਸਾਡੀ ਸਰਕਾਰ ਪਾਵਰ ਦੇ ਵਿੱਚ ਆਂਦੀ ਆ, ਅਸੀਂ ਜਿਹੜੀ ਚੁਆਇਸ ਉਹ ਟੀਚਰਸ ਨੂੰ ਵੀ ਦੇਣੀ ਆ ਤੇ ਉਹੀ ਚੁਆਇਸ ਜਿਹੜੀ ਪੇਰੈਂਟਸ ਨੂੰ ਵੀ ਦੇਣੀ ਆ ਵੀ ਤੁਸੀਂ ਆਨਲਾਈਨ ਬਲੈਂਡਡ ਮਾਡਲ ਰੱਖ ਸਕਦੇ ਹੋ ਜਦੋਂ ਤੱਕ ਜਿਹੜੀ ਸਾਡੀ ਕੋਵਿਡ-19 ਦੀ ਸਿਚੁਏਸ਼ਨ ਅੰਡਰ ਕੰਟਰੋਲ ਨਹੀਂ ਆਉਂਦੀ। ਅਸੀਂ ਪੈਂਡੈਮਿਕ ਦੇ ਵਿੱਚ ਰਹਿ ਰਹੇ ਹੈਗੇ ਆ, ਸਨੈਪ ਇਲੈਕਸ਼ਨ ਜਿਹੜੀਆਂ ਨੇ ਕਾਲ ਹੋ ਗਈਆਂ ਨੇ ਤੇ ਨਾਲ ਹੁਣ ਹਰ ਪਾਰਟੀ ਪਲੇਟਫਾਰਮ ਅਨਾਉਂਸ ਕਰ ਰਹੀ ਹੈਗੀ ਆ, ਹਰ ਪਾਰਟੀ ਵਾਅਦੇ ਕਰ ਰਹੀ ਹੈਗੀ ਆ। ਤੁਹਾਡੇ ਵੱਲੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਕੀਤੇ ਜਾ ਰਹੇ ਵਾਅਦੇ ਇਹ ਅਸਲ 'ਚ ਪੂਰੇ ਹੋਣਗੇ ਕਿ ਇਹ ਸਿਰਫ ਕਾਗਜ਼ੀ ਵਾਅਦੇ ਨੇ? ਦੇਖੋ, ਮੈਂ ਆਪਦੀ ਪਾਰਟੀ ਦੇ ਬਿਹਾਫ ਤੇ ਇਹੀ ਕਹਿ ਰਿਹਾ ਵੀ ਜਿਹੜੀ ਅਸੀਂ ਐਜ਼ ਅ ਲਿਬਰਲ ਪਾਰਟੀ ਕੋਈ ਵੀ ਅਨਾਉਂਸਮੈਂਟ ਕਰਦੇ ਆ, ਅਸੀਂ ਉਹਦੇ ਤੇ ਪੂਰੇ ਖਰੇ ਉਤਰਾਂਗੇ। ਨਾ ਕਿ ਪਿਛਲੀ ਜਿਹੜੀ ਐਨਡੀਪੀ ਸਰਕਾਰ ਦੀ ਜੇ ਗੱਲ ਕਰੀਏ, ਸਰੀ ਦੇ ਵਿੱਚ ਹੱਥ ਚੱਕ ਕੇ ਉਹਨਾਂ ਨੇ ਕਿਹਾ ਜੀ ਅਗਲੇ 4 ਸਾਲਾਂ ਦੇ ਵਿੱਚ ਸਾਰੇ ਪੋਰਟੇਬਲ ਖਤਮ ਕਰ ਦਿਆਂਗੇ, ਅਗਲੇ 2 ਸਾਲਾਂ ਦੇ ਵਿੱਚ ਪੋਰਟੇਬਲਸ ਦੀ ਗਿਣਤੀ 50% ਘੱਟ ਕਰ ਦਿਆਂਗੇ। ਸਿਰਫ 2 ਸਾਲਾਂ ਦੀ ਗੱਲ ਕਰੀਏ, ਉਹ ਕਹਿੰਦੇ ਸੀ ਕਿ 50% ਘੱਟ ਕਰ ਦਿਆਂਗੇ। 271 ਪੋਰਟੇਬਲ ਸੀਗੇ ਸਨ 2017 ਦੇ ਵਿੱਚ। ਜੇ ਅੱਜ ਦੀ ਗੱਲ ਕਰੀਏ, ਸਾਡੇ ਕੋਲੇ 393 ਪੋਰਟੇਬਲ ਸਰੀ ਦੇ ਵਿੱਚ ਹੈਗੇ ਆ। ਸੋ ਨੰਬਰ ਕਿੱਥੇ ਗਏ? ਰਾਈਟ, ਉਹ ਘਟਣ ਦੀ ਬਜਾਏ ਉਹ ਆਲਮੋਸਟ ਅਸੀਂ 95 ਜਿਹੜੇ 100 ਪੋਰਟੇਬਲ ਜਿਹੜੇ ਵਿੱਚ ਉਹਦੇ ਵਿੱਚ ਹੋਰ ਐਡ ਕਰ ਦਿੱਤੇ ਹੋਏ ਆ ਨਵੇਂ। ਇਹਨਾਂ ਦਾ ਵਾਅਦਾ ਸੀਗਾ ਜੀ ਅਸੀਂ ਊਬਰ ਨਹੀਂ ਆਉਣ ਦਿਆਂਗੇ ਸਰੀ ਦੇ ਵਿੱਚ, ਤੇ ਹਾਲੇ ਕੁਛ ਹੀ ਹਫ਼ਤੇ ਹੋਏ ਸੀਗੇ ਸਰਕਾਰ ਬਣੀ ਨੂੰ, ਊਬਰ ਵੀ ਆ ਗਈ। ਇਹਨਾਂ ਦਾ ਵਾਅਦਾ ਸੀਗਾ ਸਰੀ ਦੇ ਵਿੱਚ ਹਸਪੀਟਲ ਰਾਈਟ ਵੇ ਲੈ ਕੇ ਆਵਾਂਗੇ ਅਸੀਂ, ਰਾਈਟ ਵੇ, that was the wording they were using। 3 ਸਾਲ ਹੋ ਗਏ, ਹਾਲੇ ਤੱਕ ਉਹਦਾ ਕੋਈ ਬਿਜ਼ਨਸ ਪਲਾਨ ਨਹੀਂ ਹੈਗਾ, ਕੋਈ ਕਿਤੇ ਫੰਡਿੰਗ ਨਹੀਂ ਹੈਗੀ। ਮੈਂ ਇਹ ਵਾਅਦਾ ਕਰਦਾ, ਸਾਡੀ ਲਿਬਰਲ ਗਵਰਨਮੈਂਟ ਦੀਆਂ ਜਿਹੜੀਆਂ ਅਨਾਉਂਸਮੈਂਟਸ ਹੁਣ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਬਹੁਤ ਹੀ ਖਾਸ ਅਨਾਉਂਸਮੈਂਟ ਹੈਗੀ ਆ, ਉਹ ਹੈਗੀ ਪੀਐਸਟੀ ਜਿਹੜੀ ਮਾਫ ਕਰਨੀ ਆ। ਸੋ ਜੇ ਤੁਸੀਂ ਇਜਾਜ਼ਤ ਦਿਓ ਆਪਾਂ ਉਹਦੇ ਉੱਤੇ ਗੱਲ ਕਰ ਲਈਏ ਹੁਣ ਪੀਐਸਟੀ ਦੇ ਉੱਤੇ। ਜੀ ਇਸ਼ੂ ਜਿਹੜੇ ਹੈਗੇ ਪਲੇਟਫਾਰਮ ਦੀ ਅਸੀਂ ਗੱਲ ਕਰ ਰਹੇ ਹੈਗੇ ਕਿ ਜਿਹੜੇ ਪਲੇਟਫਾਰਮ ਰਿਲੀਜ਼ ਕੀਤੇ ਗਏ ਨੇ, ਸਭ ਤੋਂ ਪਹਿਲੀ ਜਿਹੜੀ ਅਨਾਉਂਸਮੈਂਟ ਹੋਈ ਹੈ ਪੀਐਸਟੀ ਨੂੰ ਲੈ ਕੇ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਪੀਐਸਟੀ 1 ਸਾਲ ਦੇ ਲਈ ਜਿਹੜੀ ਖਤਮ ਕਰ ਦਿੱਤੀ ਜਾਵੇਗੀ ਤੇ ਅਗਲੇ ਸਾਲ 3% ਲਾਈ ਜਾਏਗੀ। ਇਹ ਕਿਉਂ? ਦੇਖੋ, ਜਿਹੜੀ ਪੀਐਸਟੀ ਆ ਹਰੇਕ ਬੰਦਾ ਪੇ ਕਰਦਾ,
ਪਹਿਲਾਂ ਤਾਂ ਇਹ ਅੰਡਰਸਟੈਂਡ ਕਰਨ ਦੀ ਲੋੜ ਆ। ਹਾਂਜੀ, ਕਾਫੀ ਲੋਕਾਂ ਨੂੰ ਇਸ ਗੱਲ ਦੀ ਗਲਤਫਹਿਮੀ ਹੈ ਵੀ ਇਹ ਹਾਈ ਜਿਹੜੇ ਵੱਡੇ ਬਿਜ਼ਨੈਸਿਸ ਹੈ ਉਹਨਾਂ ਦੀਆਂ ਜੇਬਾਂ ਭਰਨ ਦੀ ਗੱਲ ਹੋ ਰਹੀ ਹੈ। ਐਬਸੋਲੂਟਲੀ ਨੋ। ਜਿਹੜੀ PST ਆ ਹਰੇਕ ਬੰਦਾ ਪੇ ਕਰਦਾ ਔਰ ਹਰ ਬ੍ਰਿਟਿਸ਼ ਕੋਲੰਬੀਅਨ ਨੂੰ ਇਸ ਚੀਜ਼ ਦਾ ਫਾਇਦਾ ਹੋਣਾ ਹੈਗਾ। ਜੇ ਆਪਾਂ ਗੱਲ ਕਰੀਏ ਵੀ ਇਹ ਪਹਿਲੇ ਸਾਲ ਮਾਫ ਕਿਉਂ ਤੇ ਦੂਜੇ ਸਾਲ 3% ਕਿਉਂ, ਜੇ ਮੈਂ ਇਹਦੀ ਕਾਸਟ ਦੀ ਗੱਲ ਕਰਾਂ ਜਿਹੜੀ ਗਵਰਨਮੈਂਟ ਨੂੰ ਇਸ ਚੀਜ਼ ਦੀ ਕਾਸਟ ਬੇਅਰ ਕਰਨੀ ਪੈਣੀ ਹੈ, ਪਹਿਲੇ ਸਾਲ ਦੇ ਵਿੱਚ $6.881 ਬਿਲੀਅਨ ਦਾ ਗਵਰਨਮੈਂਟ ਨੂੰ ਲਾਸ ਹੋਣਾ, ਸੈਕਿੰਡ ਈਅਰ ਦੇ ਵਿੱਚ $3.982 ਬਿਲੀਅਨ ਦਾ ਲਾਸ ਹੋਣਾ। ਕਲੈਕਟਿਵ 2 ਸਾਲਾਂ ਦਾ ਜਿਹੜਾ ਇਹ ਵਾਅਦਾ ਕੀਤਾ ਗਿਆ ਇਹਦੇ ਨਾਲ $10.81 ਬਿਲੀਅਨ ਜਿਹੜਾ ਗਵਰਨਮੈਂਟ ਦੇ ਖਜ਼ਾਨੇ 'ਚੋਂ ਬਾਹਰ ਨਿਕਲ ਰਿਹਾ। ਪਰ ਉਹ ਬਾਹਰ ਕੱਢਣਾ ਕਿਉਂ ਜ਼ਰੂਰੀ ਆ? ਬਹੁਤ ਸਾਰੇ ਜਿਹੜੇ ਤੁਹਾਡੇ ਪੋਲੀਟੀਕਲ ਮਹਾਰਥੀ ਆ ਉਹ ਇਹ ਕਹਿ ਰਹੇ ਓਲਡ ਜਿਹੜੇ ਫੈਸ਼ਨਡ ਸੋਚਾਂ ਵਾਲੇ ਰੱਖਣ ਵਾਲੇ ਵੀ ਇਹ ਜਿਹੜੀ ਮਨੀ ਆ ਇਹਦੇ ਨਾਲ ਇਕੋਨਮੀ ਹੋਰ ਥੱਲੇ ਆਏਗੀ। ਲੈਟ ਮੀ ਕਲੈਰੀਫਾਈ ਦੈਟ, ਹੈ ਨਾ। ਜਿਹੜੀ ਇਕੋਨਮੀ ਆ ਇਸ ਟਾਈਮ ਬਹੁਤ ਹੀ ਜ਼ਿਆਦਾ ਹਿੱਟ ਹੋਈ ਆ। ਜੇ ਤੁਸੀਂ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਨਹੀਂ ਕਰਦੇ ਜਿਹਦੇ ਵਿੱਚ ਸਮਾਲ ਬਿਜ਼ਨੈਸਿਸ ਨੂੰ ਫਾਇਦਾ ਹੋਵੇ, ਆਮ ਪਬਲਿਕ ਨੂੰ ਫਾਇਦਾ ਹੋਵੇ ਤੇ ਜਿਹਦੇ ਨਾਲ ਜਿਹੜੀ ਕਿ ਹਾਊਸਿੰਗ ਅਫੋਰਡੇਬਿਲਟੀ ਵਧੇ, ਨਿਊ ਕੰਸਟਰਕਸ਼ਨ ਹੋਵੇ, ਲੋਕੀ ਬਾਹਰੋਂ ਇਨਵੈਸਟਰ ਆ ਕੇ BC ਵਿੱਚ ਅਟਰੈਕਟ ਹੋਣ, ਉਹਦੇ ਨਾਲ ਆਪਣੇ ਜਿਹੜੇ ਇਕੋਨਮੀ ਬੂਸਟ ਹੋਏਗੀ ਨਾ ਕਿ ਥੱਲੇ ਆਏਗੀ। ਪਰ ਇਹਦੇ ਨਾਲ ਤਾਂ ਕਹਿੰਦੇ ਕਿ ਸੈਕੰਡ ਲਾਰਜੈਸਟ ਸੋਰਸ ਹੈਗਾ ਇਹ PST ਫੰਡਿੰਗ ਦੇ ਵਾਸਤੇ, ਪਰ ਤੁਸੀਂ ਕਹਿ ਰਹੇ ਹੈਗੇ ਕਿ ਇਹ ਫੰਡਿੰਗ ਜਿਹੜੀ ਹੈ ਲੋਕਾਂ ਦੇ ਸਿੱਧੀ ਲੋਕਾਂ ਦੀ ਜੇਬ ਦੇ ਵਿੱਚ ਜਾਊਗੀ। ਨਾਲੇ ਇਹਨੂੰ ਡੰਬ ਐਕਟ ਵੀ ਜਿਹੜਾ ਆਪੋਜੀਸ਼ਨ ਆ ਉਹ ਕਹਿ ਰਹੀ ਹੈਗੀ ਆ, ਉਹਦੇ ਬਾਰੇ ਕੀ ਕਹਿਣਾ? ਐਬਸੋਲੂਟਲੀ ਅਰਸ਼, ਤੁਸੀਂ ਮੈਨੂੰ ਦੱਸੋ, ਚੁਆਇਸ ਮੈਂ ਤੁਹਾਡੇ ਕੋਲੇ ਛੱਡਦਾ, ਤੁਸੀਂ ਕਾਫੀ ਸੂਝਵਾਨ ਇੰਟੈਲੀਜੈਂਟ ਇਨਸਾਨ ਹੋ। ਜੇ ਤੁਹਾਡੇ ਕੋਲੇ ਇੱਕ ਸਮਾਲ ਬਿਜ਼ਨਸ ਹੈਗਾ, ਤੁਸੀਂ ਉਹਨੂੰ ਬਿਜ਼ਨਸ ਨੂੰ ਜਿਹੜਾ ਸ਼ਟ ਡਾਊਨ ਕਰਨਾ, ਬੈਂਕਰਪਸੀ ਜਿਹੜੀ ਉਹਦੀ ਹੋਣੀ, ਉਹਨੂੰ ਬਿਹਤਰ ਸਮਝਦੇ ਹੋ ਜਾਂ ਉਸ ਬਿਜ਼ਨਸ ਨੂੰ ਥੋੜ੍ਹੇ ਸਮੇਂ ਲਈ ਕਿਸੇ ਪਾਸਿਓਂ ਗਵਰਨਮੈਂਟ ਨਾਲ ਸਪੋਰਟ ਮਿਲ ਕੇ ਉਹਨੂੰ ਸਸਟੇਨ ਕਰਨਾ ਜ਼ਿਆਦਾ ਤੁਸੀਂ ਸਮਝਦਾਰੀ ਸਮਝਦੇ ਹੋ? Tell me answer, yes or no? ਅੱਛਾ, ਜਦੋਂ ਤੁਸੀਂ ਇਹਦੀ ਗੱਲ ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਸਸਟੇਨ ਹੋਵੇ। ਐਬਸੋਲੂਟਲੀ। ਜਿਹੜਾ ਸਾਡਾ ਲਿਬਰਲਸ ਦਾ ਪਲਾਨ ਹੈਗਾ ਉਹ ਸਿਰਫ ਇਕੋਨਮੀ ਨੂੰ ਰਿਕਵਰ ਕਰਨ ਦਾ ਪਲਾਨ ਆ। ਕਿਸ ਤਰ੍ਹਾਂ ਅਸੀਂ ਉਹਨੂੰ ਇਸ ਪੈਂਡੈਮਿਕ ਦੇ ਵਿੱਚ ਜੋ ਅਸੀਂ ਜਦੋਂ ਇਹਨਾਂ ਨੇ NDP ਨੇ ਸਰਕਾਰ ਨੂੰ ਟੇਕ ਓਵਰ ਕੀਤਾ ਸੀਗਾ, $3 ਬਿਲੀਅਨ ਸਰਪਲਸ ਸੀਗਾ। ਅੱਜ ਦੀ ਤਰੀਕ ਦੇ ਵਿੱਚ ਉਹ ਸਰਪਲਸ 12 ਡੈਫਿਸਿਟ ਲੈਟ ਮੀ ਸੇ 12 ਬਿਲੀਅਨ ਤੋਂ ਜ਼ਿਆਦਾ ਡੈਫਿਸਿਟ ਹੋ ਗਿਆ। ਤਾਂ $15 ਬਿਲੀਅਨ ਆਲਰੇਡੀ ਅਸੀਂ ਲੂਜ਼ ਕਰ ਚੁੱਕੇ ਹਾਂ ਪਿਛਲੇ 3 ਸਾਲਾਂ ਅਸੀਂ ਜੇ ਇਕਨੋਮੀ ਦੀ ਗੱਲ ਕਰ ਰਹੇ ਹੈਗੇ ਕਿ ਇਕਨੋਮੀ ਦੇ ਵਿੱਚ ਜਦੋਂ ਅਸੀਂ NDP ਸਰਕਾਰ ਦੀ ਗੱਲ ਕਰਦੇ ਹਾਂ ਤਾਂ 3 ਸਾਲ ਇਹ ਕਹਿ ਰਹੇ ਕਿ ਅਸੀਂ ਸਰਪਲਸ ਦੇ ਵਿੱਚ ਰਹੇ ਹਾਂ। ਕੋਵਿਡ ਕਰਕੇ ਹਰ ਕਿਸੇ ਦੀ ਇਕਨੋਮੀ ਨੂੰ ਇਫੈਕਟ ਹੋਇਆ ਆ, ਪਰ ਜਿਹੜੀ ਲਿਬਰਲ ਸਰਕਾਰ ਸੀ ਉਹਨਾਂ ਨੇ ਸਾਨੂੰ ਡੈਫਿਸਿਟ ਦੇ ਵਿੱਚ ਛੱਡਿਆ ਹੈ। ਇਹਨੂੰ ਕਿੱਦਾਂ ਨਹੀਂ ਜੀ, ਇਹ ਬਿਲਕੁਲ ਸਰ ਝੂਠ ਹੈਗਾ। ਲਿਬਰਲ ਸਰਕਾਰ ਨੇ $3 ਬਿਲੀਅਨ ਸਰਪਲਸ ਦੇ ਵਿੱਚ ਇਹਨੂੰ ਇਕਨੋਮੀ ਨੂੰ ਛੱਡਿਆ, ਨਾ ਕਿ ਡੈਫਿਸਿਟ ਦੇ ਵਿੱਚ। ਔਰ ਡੈਫਿਸਿਟ ਇਹ $12 ਬਿਲੀਅਨ ਕੋਵਿਡ ਮਾਰਚ ਤੋਂ ਬਾਅਦ ਨਹੀਂ ਹੋਇਆ। ਇਹ ਡੈਫਿਸਿਟ ਪਹਿਲਾਂ ਹੀ ਸਟਾਰਟ ਹੋ ਗਿਆ ਸੀਗਾ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਓਵਰ ਪ੍ਰੋਮਿਸਿਸ ਕਰਤੇ। ਕੋਈ ਬਿਜ਼ਨਸ ਪਲਾਨ ਨਹੀਂ ਸੀਗਾ, ਇਹਦੀ ਇੱਕ ਇਨਕਮ ਅਸੀਂ ਕਿੱਥੋਂ ਲੈ ਕੇ ਆਉਣੀ ਹੈਗੀ ਆ। ਤੇ ਉਹ ਜਿਹੜੇ ਆਪਣੀ ਦੇਖੋ ਕੋਈ ਵੀ ਸਰਕਾਰ ਹੈਗੀ ਔਰ ਇਹਨਾਂ ਦਾ ਟਰੈਕ ਰੈਕਡ ਹੈਗਾ NDP ਦਾ, ਜਿੰਨੀ ਵਾਰੀ ਵੀ ਇਹ ਸੱਤਾ ਦੇ ਵਿੱਚ ਆਏ ਆ ਇਹਨਾਂ ਨੇ ਆਪਣੀ ਇਕਨੋਮੀ ਨੂੰ ਐਡਾ ਵੱਡਾ ਸੈਟਬੈਕ ਲਾਇਆ ਕਿ ਸਾਨੂੰ ਉਸ ਤੋਂ ਬਾਅਦ ਸਾਲਾਂ ਵੱਧੀ ਲੱਗ ਗਏ ਉਸ ਜਿਹੜੀ ਇਕਨੋਮੀ ਨੂੰ ਰਿਕਵਰ ਕਰਨ ਦਾ ਜਿਹੜਾ ਡਿਸੀਜਨ ਹੈਗਾ, ਤੁਹਾਨੂੰ ਕੀ ਲੱਗਦਾ ਇਕਨੋਮੀ ਦੇ ਵਿੱਚ ਕਿੰਨਾ ਕੁ ਜ਼ਿਆਦਾ ਹੈਲਪਫੁਲ ਹੋਏਗਾ? ਦੇਖੋ, ਇਹ ਜਿਹੜੀ ਮੈਂ ਤੁਹਾਨੂੰ ਉਹਦੀ ਥੋੜੀ ਜਿਹੀ ਕਲੈਰੀਫਿਕੇਸ਼ਨ ਦਿੰਨਾ ਵੀ ਜਿਹੜਾ ਆਮ ਫੈਮਿਲੀ ਹੈਗੀ ਆ ਉਹਨੂੰ ਤਕਰੀਬਨ 2 ਸਾਲਾਂ ਦੇ ਵਿੱਚ $2800 ਤੱਕ ਦਾ ਜਿਹੜਾ ਹਰੇਕ ਬੰਦੇ ਨੂੰ ਜਿਹਦੀ 4 ਘਰ 'ਚ ਫੈਮਿਲੀ ਮੈਂਬਰ ਹੋਣ, 60,000 ਦੇ ਕਰੀਬ ਉਹਨਾਂ ਦੀ ਫੈਮਿਲੀ ਇਨਕਮ ਹੋਵੇ, ਉਹਨਾਂ ਨੂੰ ਤਕਰੀਬਨ $2800 ਤੱਕ ਜਿਹੜੀ ਉਹਦੀ ਇਨਕਮ ਜਿਹੜੀ ਹੋਣੀ ਹੈਗੀ ਆ। ਤੇ ਉਹਦੇ ਨਾਲ ਹੀ ਜੇ ਆਪਾਂ ਘਰਾਂ ਦੀ ਗੱਲ ਕਰੀਏ ਜਿੱਥੇ ਨਿਊ ਕੰਸਟਰਕਸ਼ਨ ਦੀ $9 ਪਰ ਸਕੁਅਰ ਫੀਟ ਜਿਹੜਾ ਵੁੱਡ ਕੰਸਟਰਕਸ਼ਨ ਦੇ ਵਿੱਚ ਇਹਦਾ ਫਾਇਦਾ ਹੋਣ ਵਾਲਾ, ਤੇ $12 ਪਰ ਸਕੁਅਰ ਫੀਟ ਜਿਹੜੀ ਕੰਕਰੀਟ ਕੰਸਟਰਕਸ਼ਨ ਦੇ ਵਿੱਚ ਇਹਦਾ ਫਾਇਦਾ ਹੋਣ ਵਾਲਾ। ਸੋ ਜਿਹੜੇ ਐਵਰੇਜ ਜਿਹੜੀ ਘਰ ਦੀ ਕਾਸਟ ਆਪਾਂ ਨੂੰ ਬਣ ਰਹੀ ਆ ਉਹਦਾ $19,000 ਇੱਕ ਬਿਲਡਰ ਨੂੰ ਫਾਇਦਾ ਹੋ ਰਿਹਾ। ਸੋ ਉਹ ਬਿਲਡਰ ਨੂੰ ਸਿਰਫ ਉਹਨੂੰ ਫਾਇਦਾ ਨਹੀਂ ਹੋ ਗਿਆ ਕਿਉਂਕਿ ਬਿਲਡਰ ਦੀ ਤਾਂ ਸਿਰਫ ਕਾਸਟ ਸੇਵ ਹੋਈ ਆ, ਪਰ ਉਹਦੇ ਨਾਲ ਜਿਹੜੀ ਉਹਦੀ ਘਰ ਦੀ ਅਫੋਰਡੇਬਿਲਟੀ ਵਧੂਗੀ। ਸੋ ਜਿਹੜੇ ਘਰ ਦੀ $19,000 ਰਾਈਟ ਵੇ ਪ੍ਰਾਈਸ ਥੱਲੇ ਆ ਗਈ, ਅਫੋਰਡੇਬਿਲਟੀ ਉਹਦੇ ਨਾਲ ਵੱਧਦੀ ਹੈਗੀ ਆ। ਉਹਦੇ ਨਾਲ ਜਿਹੜੀਆਂ ਨਵੀਆਂ ਜੌਬ ਕ੍ਰੀਏਟਸ ਹੋਣਗੀਆਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ, ਚਾਹੇ ਉਹ ਪਲੰਬਰ ਹੈ, ਚਾਹੇ ਇਲੈਕਟ੍ਰੀਸ਼ੀਅਨ ਹੈ, ਚਾਹੇ ਉਹ ਫਰੇਮਰ ਹੈਗੇ ਆ, ਜੋ ਵੀ ਹੈਗੇ ਆਪਣੇ ਜਿਹੜੇ ਵਰਕਰ ਕਲਾਸ ਕਮਿਊਨਿਟੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਨਾਲ ਨਵੀਆਂ ਜੌਬਸ ਕ੍ਰੀਏਟ ਹੋਣੀਆਂ ਹੈਗੀਆਂ। ਜਿਹੜੀ ਟੂਰਿਜ਼ਮ ਇੰਡਸਟਰੀ ਆ ਉਹਨੂੰ ਬਹੁਤ ਜ਼ਿਆਦਾ ਉਹਦੇ ਨਾਲ ਫਾਇਦਾ ਹੋਣ ਵਾਲਾ, ਕਿਉਂਕਿ ਜਿਹੜੇ ਆਪਣੀ ਹੋਟਲ ਇੰਡਸਟਰੀ ਹੈਗੀ ਉਹਦੇ
ਵਿੱਚ 8% PST ਲਾ ਰਹੇ ਹੈਗੇ ਆ। ਜਦੋਂ ਉਹਨਾਂ ਨੂੰ ਬ੍ਰੇਕ ਮਿਲੀ ਤੇ ਸਾਨੂੰ ਇਹ ਪਤਾ ਹੈਗਾ ਸਰਕਾਰ ਨੂੰ ਵੀ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਲੋਕੀ ਬਾਹਰੋਂ BC ਦੇ ਵਿੱਚ ਟਰੈਵਲ ਕਰਨ ਨਹੀਂ ਲੱਗੇ, ਤਾਂ ਇਹ ਜਿਹੜੀ ਇਹਨਾਂ ਨੂੰ ਬ੍ਰੇਕ ਦੇਣੀ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ BC ਦੇ ਵਿੱਚ ਇੰਟਰਨਲੀ ਜਿਹੜੇ ਹੋਟਲਸ ਨੂੰ ਉਹਨਾਂ ਨੂੰ ਯੂਜ਼ ਕਰਨ, ਤਾਂ ਜੋ ਜਿਹੜੀ ਉਹਨਾਂ ਦੀ ਇਕਨੋਮੀ ਜਿਹੜੀ ਸਸਟੇਨ ਹੋਵੇ। ਹਾਂ, ਜਿਹੜੇ ਤੰਬਾਕੂ ਪ੍ਰੋਡਕਟਸ ਹੈਗੇ ਆ ਜਾਂ ਐਲਕੋਹਲ ਪ੍ਰੋਡਕਟਸ, ਉਹਨਾਂ ਦੇ ਉੱਤੇ ਜਿਹੜੇ ਟੈਕਸਿਸ ਦੀ ਕੋਈ ਮਾਫੀ ਨਹੀਂ ਹੈਗੀ, ਉਹ ਉਸੇ ਤਰ੍ਹਾਂ ਹੀ ਜਿਹੜੇ ਸਸਟੇਨ ਰਹਿਣਗੇ। ਅੱਛਾ, ਫਿਰ ਜੇ 1 ਸਾਲ ਦੇ ਲਈ ਹੈ ਤਾਂ ਅਗਲੇ ਸਾਲ 3 ਤੇ ਫਿਰ ਦੁਬਾਰਾ ਤੋਂ ਫਿਰ 7%, ਇਹ ਸਿਰਫ ਵੋਟਰਸ ਦੇ ਲਈ ਹੈ ਕਿ ਵੋਟਰਸ ਵੋਟਾਂ ਪਾਉਣਗੇ PST ਸੁਣ ਕੇ? ਨਹੀਂ, ਤੁਹਾਨੂੰ ਮੈਂ ਕਾਸਟ ਜਿਹੜੀ ਉਹਦੀ ਦੱਸ ਹਟਿਆ ਜੀ, ਤਕਰੀਬਨ $10.8 ਬਿਲੀਅਨ ਦਾ ਜਿਹੜਾ ਹੈ ਗਵਰਨਮੈਂਟ ਨੂੰ ਘਾਟਾ ਹੈਗਾ। ਹਾਂ, ਉਹ ਜਿਹੜਾ ਸੈਕੰਡ ਈਅਰ ਤੋਂ ਥਰਡ ਈਅਰ ਤੱਕ ਉਹਨੂੰ ਕੈਰੀ ਕਰਨਾ ਜਾਂ ਨਹੀਂ ਕਰਨਾ, ਉਹ ਗਵਰਨਮੈਂਟ ਨੇ ਹਲੇ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਕਰਨਾ। ਜੇ ਸਾਡੀ ਉਦੋਂ ਤੱਕ ਇਕਨੋਮੀ ਨਹੀਂ ਰਿਕਵਰ ਹੋਈ ਤਾਂ ਹੋ ਸਕਦਾ ਉਹਨੂੰ ਥਰਡ ਈਅਰ ਦੇ ਵਿੱਚ ਵੀ ਕੰਟੀਨਿਊ ਕੀਤਾ ਜਾਵੇ। ਨਾਲ ਹੁਣ ਜਦੋਂ ਅਸੀਂ ਲੀਡਰ ਦੀ ਗੱਲ ਕਰਦੇ ਹਾਂ, ਐਂਡਰੂ ਵਿਲਕਿਨਸਨ ਨੂੰ ਬਹੁਤ ਸਾਰੇ ਕਹਿ ਰਹੇ ਆ ਕਿ ਹਿਸਟਰੀ ਦੇ ਵਿੱਚ ਜਿੰਨੇ ਵੀ ਲੀਡਰ ਆਏ ਆ ਉਹਨਾਂ ਦੇ ਵਿੱਚੋਂ ਡੰਬ ਜਿਹੜਾ ਉਹਨਾਂ ਨੂੰ ਕਿਹਾ ਗਿਆ, ਕਿਹਾ ਵੀ ਕਿੰਨਾ ਕੋਲੋਂ ਗਿਆ ਕਿ ਗੋਰਡਨ ਕੈਂਪਬੈਲ ਜਿਹੜੇ ਪਹਿਲਾਂ ਸਾਡੇ ਲੀਡਰ ਰਹੇ ਹੈਗੇ ਆ, ਉਹਨਾਂ ਦੇ ਜੋ ਮਾਰਟਿਨ ਬਰਾਊਨ ਉਹਨਾਂ ਦੀ ਮਿਨਿਸਟਰੀ ਦੇ ਵਿੱਚ ਰਹੇ ਆ, ਮਿਨਿਸਟਰ ਰਹੇ ਆ, ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ। ਉਸ ਕਮੈਂਟ ਦੇ ਉੱਤੇ ਕੀ ਕਹਿਣਾ ਚਾਹੁੰਦੇ? ਦੇਖੋ, ਮਾਨਯੋਗ ਸਾਡੇ ਜਿਹੜੇ ਲੀਡਰ ਹੈਗੇ ਐਂਡਰੂ ਵਿਲਕਿਨਸਨ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਰਸਨਲੀ ਨਹੀਂ ਮਿਲਿਆ। ਜਿੰਨੀਆਂ ਕੁ ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਐਜ਼ ਅ ਪਰਸਨੈਲਿਟੀ, ਉਹਨਾਂ ਨੇ ਮੇਰੇ ਉੱਤੇ ਇੱਕ ਬਹੁਤ ਵੱਡੀ ਛਾਪ ਛੱਡੀ ਆ। ਕਿਉਂਕਿ ਜੇ ਆਪਾਂ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ, ਉਹਨਾਂ ਕੋਲੇ ਮੈਡੀਕਲ ਡਿਗਰੀ ਵੀ ਹੈਗੀ ਆ, ਉਹਨਾਂ ਕੋਲੇ ਲਾਅ ਦੀ ਡਿਗਰੀ ਵੀ ਹੈਗੀ ਆ। ਇੱਕ ਸੁਲਝੇ ਹੋਏ ਉਹ ਪੜ੍ਹੇ ਲਿਖੇ ਇਨਸਾਨ ਹੈ। ਤੁਹਾਨੂੰ ਪੋਲਿਟਿਕਸ ਦੇ ਵਿੱਚ ਜੇ ਬਹੁਤ ਜ਼ਿਆਦਾ ਜਿਹੜੀ ਐਜੂਕੇਸ਼ਨ ਦੀ ਵੀ ਲੋੜ ਹੁੰਦੀ ਆ, ਕਿਉਂਕਿ ਕਈ ਇਹੋ ਜਿਹੇ ਫੈਸਲੇ ਹੁੰਦੇ ਆ ਜਿਹੜੇ ਕਿ ਜੇ ਤੁਹਾਡੇ ਕੋਲੇ ਐਜੂਕੇਟਿਡ ਦਿਮਾਗ ਨਹੀਂ ਹੈਗਾ ਤਾਂ ਤੁਸੀਂ ਉਹ ਜਿਹੜੇ ਫੈਸਲੇ ਆ ਉਹ ਆਮ ਪਬਲਿਕ ਦੇ ਹਿੱਤਾਂ ਦੇ ਵਿੱਚ ਨਹੀਂ ਕਰ ਸਕਦੇ। ਜੇ ਤੁਹਾਡਾ ਦਿਮਾਗ ਜਿਹੜਾ ਬਿਜ਼ਨਸ ਸੈੱਟ ਨਹੀਂ ਹੈਗਾ ਵੀ ਤੁਸੀਂ ਇੱਕ ਬਿਜ਼ਨਸ ਕਿੱਦਾਂ ਰਨ ਕਰਨਾ, ਜੇ ਉਸ ਤਰ੍ਹਾਂ ਦਾ ਤੁਹਾਡਾ ਮਾਈਂਡ ਸੈੱਟ ਨਹੀਂ ਹੈਗਾ ਤਾਂ ਤੁਸੀਂ ਆਲਵੇਜ਼ ਹੀ ਜਿਹੜਾ ਸਰਕਾਰ ਨੂੰ ਚਲਾਉਣ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਕਰੋਗੇ, ਜਿਹੜੀ ਕਿ NDP ਨੇ ਕੀਤੀ ਆ ਔਰ ਹਮੇਸ਼ਾ ਹੀ ਕੀਤੀ ਆ। ਨਾ ਕਿ ਸਿਰਫ ਇਹਨਾਂ 3 ਸਾਲਾਂ 'ਚ, ਜਦੋਂ ਵੀ ਸੱਤਾ ਦੇ ਵਿੱਚ ਆਏ ਆ ਹਰ ਵਾਰੀ ਇਹਨਾਂ ਨੇ ਆਹੀ ਗਲਤੀ ਕੀਤੀ ਆ ਵੀ ਸਾਡੀ ਇਕਨੋਮੀ ਨੂੰ ਇੰਨਾ ਝਟਕਾ ਲਾਇਆ ਕਿ ਲੋਕੀ ਮਜਬੂਰ ਹੋ ਗਏ ਇੱਥੋਂ BC ਦੇ ਵਿੱਚ ਅਲਬਰਟਾ ਦੇ ਵਿੱਚ ਮੂਵ ਹੋਣ। So you are happy with your leader? I am absolutely proud of। ਬਹੁਤ ਸਾਰੀਆਂ ਖਬਰਾਂ ਇਹ ਵੀ ਨੇ ਕਿ ਬਹੁਤ ਸਾਰੇ ਪਾਰਟੀ ਦੇ ਲੋਕ ਹੈਗੇ ਨੇ ਜਿਹੜੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਆਪਦਾ ਲੀਡਰ ਚੇਂਜ ਕਰਨਾ ਹੈ। ਨਹੀਂ ਜੀ, that's not Gary Thind. Gary Thind is so proud of Mr. Andrew Wilkinson. I'm standing right behind him in every decision ਤੇ ਮੈਨੂੰ ਬਹੁਤ ਮਾਣ ਹੈ ਸਾਡੇ ਜਿਹੜੇ ਲੀਡਰ ਦੇ ਉੱਤੇ। ਅਸੀਂ ਜੋ ਆਪੋਜੀਸ਼ਨ ਲੀਡਰ ਦੀ ਗੱਲ ਕਰੀਏ, NDP ਲੀਡਰ, ਉਹਨਾਂ ਦੇ ਤੁਸੀਂ ਪਿਛਲੇ ਮਹੀਨੇ 2 ਮਹੀਨਿਆਂ ਦੀ ਗੱਲ ਹੈਗੀ ਹੈ, ਪੋਲਸ ਦੇਖੇ ਹੋਣੇ ਆ ਕਿ ਪੋਲਸ ਦੇ ਵਿੱਚ ਸਾਰੇ ਕੈਨੇਡਾ ਚੋਂ ਲੀਡ ਕਰ ਰਹੇ ਹੈਗੇ ਨੇ। ਉਸ ਬੇਸ ਦੇ ਉੱਤੇ ਸ਼ਾਇਦ ਉਹਨਾਂ ਨੇ ਜਿਹੜੀਆਂ ਇਹ ਇਲੈਕਸ਼ਨ ਕਾਲ ਕੀਤੀਆਂ ਨੇ, ਪਰ ਉਹਦੇ ਲਈ ਤੁਹਾਨੂੰ ਕੀ ਕਹਿਣਾ ਹੈ ਕਿ ਇਸ ਨਾਲ ਲਿਬਰਲ ਸਰਕਾਰ ਨੂੰ ਕੋਈ ਪ੍ਰਭਾਵ ਪੈਣ ਵਾਲਾ, ਕੋਈ ਉਹਦਾ ਜੋ ਇੰਪ੍ਰੈਸ਼ਨ, ਕੋਈ ਵੀ ਉਹਦਾ ਜਿਹੜਾ ਹੈਗਾ ਹੈ ਕਿ ਉਹਨਾਂ ਦੀ ਚੜ੍ਹਾਈ ਹੈਗੀ ਆ, ਲੋਕ ਉਹਨਾਂ ਨੂੰ ਪਸੰਦ ਕਰ ਰਹੇ ਹੈਗੇ ਨੇ, ਤੇ ਉਹ ਤੁਹਾਡੇ ਲਈ ਕੋਈ ਬੈਕ ਟਰੈਕਿੰਗ ਹੋਣ ਵਾਲੀ ਗੱਲ ਹੈਗੀ? ਲੈਟ ਮੀ ਰੀਫਰੇਜ਼ ਦੈਟ। ਲੋਕ ਪਸੰਦ ਕਰ ਰਹੇ ਹੈਗੇ ਨਹੀਂ, ਲੋਕ ਪਸੰਦ ਕਰ ਰਹੇ ਸੀ ਜਿੰਨੀ ਚਿਰ ਤੱਕ ਉਹਨਾਂ ਨੇ ਆਹ ਇਲੈਕਸ਼ਨ ਕਾਲ ਨਹੀਂ ਕੀਤੇ। ਠੀਕ ਹੈ, ਹੀ ਵਾਸ ਡੂਇੰਗ ਸਮ ਅਮੇਜ਼ਿੰਗ ਜੌਬਸ ਜਿਹੜੇ ਆਮ ਜਿਹੜੇ ਆਪਣੇ ਲੋਕਾਂ ਲਈ, ਪਰ ਉਹਦੇ ਨਾਲ ਕੁਝ ਇਹੋ ਜਿਹੇ ਵੀ ਉਹ ਜੌਬ ਕਰ ਰਹੇ ਸੀਗੇ ਜਿਹਦੇ ਨਾਲ ਕਿ ਯੂਨੀਅਨਸ, ਵੱਡੀਆਂ ਵੱਡੀਆਂ ਯੂਨੀਅਨਸ ਦੀ ਜਿਹੜੀ ਪਾਕਟਸ ਦੇ ਵਿੱਚ, ਉਹਨਾਂ ਦੀ ਮੈਨੇਜਮੈਂਟਸ ਦੀ ਪਾਕਟਸ ਵਿੱਚ ਇੰਨੀ ਕੁ ਜ਼ਿਆਦਾ ਫੰਡਿੰਗ ਉਹ ਜਾ ਰਹੀ ਹੈਗੀ। ਜੇ ਆਪਾਂ ਸਿਰਫ ਉਸੇ ਦੀ ਗੱਲ ਕਰੀਏ ਤਾਂ ਮਿਲੀਅਨਸ ਇਫ ਨਾਟ ਬਿਲੀਅਨਸ ਆਫ ਡਾਲਰਸ ਜਿਹੜੇ ਗਵਰਨਮੈਂਟ ਦੀ ਪਾਕਟ ਵਿੱਚ ਵਾਪਸ ਆ ਸਕਦੇ ਆ ਜੀ। ਸੋ ਉਹਨਾਂ ਦਾ ਜਿਹੜਾ ਇਹ ਫੈਸਲਾ, ਇਹ ਨਾ ਤਾਂ ਓਕੇ, ਜੇ ਆਪਾਂ ਤੁਸੀਂ ਪਿੱਛੇ ਜੇ ਗੱਲ ਕੀਤੀ ਵੀ ਜਿਹੜੇ ਮੈਡੀਕਲ, ਜਿਹੜਾ COVID-19 ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਇਹਨਾਂ ਦਾ ਬਹੁਤ ਵੱਡਾ ਹੱਥ ਸੀਗਾ, ਉਹ ਜਿਹੜੀਆਂ ਰੇਟਿੰਗਸ ਆ ਨਾ, ਆਮ ਪਬਲਿਕ ਜਿਹੜੀ ਉਹਨੂੰ ਇਹਦਾ ਕ੍ਰੈਡਿਟ ਬਹੁਤ ਜ਼ਿਆਦਾ ਆਪਣੇ ਮਾਨਯੋਗ ਜਿਹੜੇ ਸਾਡੇ NDP ਦੇ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਦੇ ਰਹੇ ਹੈਗੇ ਆ। ਪਰ ਜਿਹੜਾ ਇਹਦਾ ਬਹੁਤ ਜਿਹੜਾ ਮੇਨ ਕ੍ਰੈਡਿਟ ਹੈ ਉਹ ਡਾਕਟਰ ਬੋਨੀ ਹੈਨਰੀ ਨੂੰ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦੀ ਸੂਝਵਾਨੀ ਕਰਕੇ, ਬਹੁਤ ਹੀ ਸੂਝਵਾਨ ਜਿਹੜੇ ਉਹ ਇਨਸਾਨ ਹੈਗੇ ਆ, ਉਹਨਾਂ ਕੋਲੇ ਐਜੂਕੇਸ਼ਨ ਹੈਗੀ ਆ। ਔਰ ਮੈਂ ਤੁਹਾਡੇ ਸਾਰੇ ਵਿਊਅਰਸ ਨੂੰ ਦੱਸਣਾ ਚਾਹੁੰਦਾ, ਡਾਕਟਰ ਬੋਨੀ ਹੈਨਰੀ ਦੀ ਅਪਾਇੰਟਮੈਂਟ ਲਿਬਰਲ ਸਰਕਾਰ ਨੇ ਕੀਤੀ ਸੀਗੀ।
ਐਜ਼ ਅਸਿਸਟੈਂਟ। ਸੋ ਡਾਕਟਰ ਬੋਨੀ ਹੈਨਰੀ ਦੀ ਅਪਾਇੰਟਮੈਂਟ ਜਿਹੜੀ ਐਨਡੀਪੀ ਨੇ ਨਹੀਂ ਕੀਤੀ, ਲਿਬਰਲ ਗਵਰਨਮੈਂਟ ਉਹਨਾਂ ਨੂੰ ਲੈ ਕੇ ਆਈ ਸੀਗੀ ਐਜ਼ ਅ ਸੈਕਿੰਡ ਟੂ ਜਿਹੜੇ ਉਸ ਟਾਈਮ ਦੇ ਸਾਡੇ ਮਾਨਯੋਗ ਸੀਗੇ ਹੈਲਥ ਜਿਹੜੇ ਆਫੀਸਰ ਸੀਗੇ, ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀ ਪ੍ਰਮੋਸ਼ਨ ਜਿਹੜੀ ਉਸ ਸਥਾਨ ਤੇ ਹੋਈ ਹੈਗੀ ਆ। ਸੋ ਉਹਨਾਂ ਦੀ ਜਿਹੜੀ ਨਿਯੁਕਤੀ ਹੈਗੀ ਆ ਉਹਨਾਂ ਦੀ ਕਾਬਲੀਅਤ ਦੇ ਦਮ ਤੇ ਹੀ ਲਿਬਰਲ ਸਰਕਾਰ ਨੇ ਕੀਤੀ ਸੀ। ਬਹੁਤ ਕਾਬਿਲ ਇਨਸਾਨ ਆ, ਜੋ ਵੀ ਉਹਨਾਂ ਨੇ ਡਿਸੀਜਨ ਬਣਾਏ ਆ ਬਹੁਤ ਹੀ ਚੰਗੇ ਬਣਾਏ ਆ। ਕੁਝ ਡਿਸੀਜਨ ਉਹ ਬਣਾਉਣੇ ਚਾਹੁੰਦੇ ਸੀਗੇ ਜਿਹਦੇ ਵਿੱਚ ਕਿ ਸਰਕਾਰ ਦੀ ਇੰਟਰਫੀਰੈਂਸ ਨਾ ਹੁੰਦੀ ਤਾਂ ਆਪਣਾ ਜਿਹੜਾ ਕੋਵਿਡ ਦਾ ਜਿਹੜਾ ਸੈਕਿੰਡ ਵੇਵ ਆਉਣਾ ਵੀ ਨਹੀਂ ਸੀਗਾ। ਸਿਰਫ ਸਰਕਾਰ ਦੀ ਇੰਟਰਫੀਰੈਂਸ ਇਕਨੋਮੀ ਨੂੰ ਦੁਬਾਰਾ ਰੀਬੂਸਟ ਕਰਨ ਦੀ ਤੇ ਆਹ ਇਲੈਕਸ਼ਨ ਉਹਦੇ ਆੜ ਦੇ ਵਿੱਚ ਜਿਹੜੇ ਸਨੈਪ ਇਲੈਕਸ਼ਨ ਕਾਲ ਕਰਨੀ, ਉਹਦੀ ਆੜ ਦੇ ਵਿੱਚ ਹੀ ਸਕੂਲਾਂ ਨੂੰ ਖੋਲ੍ਹਣਾ। ਉਹਨਾਂ ਦੀ ਡਾਕਟਰ ਬੋਨੀ ਹੈਨਰੀ ਦੀ ਆਪਣੀ ਸਟੇਟਮੈਂਟ ਆ ਵੀ ਮੇਰੇ ਨਾਲ ਇਹ ਸਨੈਪ ਇਲੈਕਸ਼ਨ ਕਰਾਉਣ ਲਈ ਪ੍ਰੋਪਰ ਕੰਸਲਟੇਸ਼ਨ ਨਹੀਂ ਕੀਤੀ ਗਈ। ਇਹ ਡਾਕਟਰ ਬੋਨੀ ਹੈਨਰੀ ਦੀ ਤੁਹਾਨੂੰ ਵੀ ਲੱਗਦਾ ਹੈ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਹੈਗਾ? ਐਬਸੋਲੂਟਲੀ ਆਈ ਬਲੀਵ ਦੈਟ ਐਂਡ ਆਈ ਐਗਰੀ ਵਿਦ ਡਾਕਟਰ ਬੋਨੀ ਹੈਨਰੀ। ਜੀ ਉਹਨਾਂ ਨੂੰ 100% ਤੁਸੀਂ ਅਸ਼ੋਰਟੀ ਦਿੱਤੀ ਹੁੰਦੀ, ਅੱਜ ਨਾ ਤਾਂ ਇਲੈਕਸ਼ਨ ਹੋਣੇ ਸੀਗੇ ਤੇ ਨਾ ਹੀ ਜਿਹੜੇ ਸਕੂਲਸ ਆ ਉਹ ਫੁੱਲ ਕੈਪੈਸਿਟੀ ਦੇ ਉੱਤੇ ਖੋਲ੍ਹਣ ਦਾ। ਉਹਨਾਂ ਦੀ ਇੱਕ ਹੋਰ ਜਿਹੜੀ ਅਨਾਉਂਸਮੈਂਟ ਆਈ ਹੈਗੀ, ਪ੍ਰੈਸ ਕਾਨਫਰੰਸ ਆਈ ਹੈ, BC ਇਲੈਕਟੋਰਲ ਆਫੀਸਰ ਜਿਹੜੇ ਹੈਗੇ ਆ ਉਹਨਾਂ ਦੇ ਨਾਲ, ਉਹਨਾਂ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਪੈਂਡੈਮਿਕ ਦੇ ਸ਼ੁਰੂ ਤੋਂ ਹੀ VOTING ਤੇ ਕੰਮ ਕਰ ਰਹੇ ਸੀ। ਉਹ ਵੀ ਜਿਹੜਾ ਦੇਖੋ ਜੀ VOTING ਜਿਹੜਾ ਉਹ ਡਿਸੀਜਨ ਤਾਂ ਗਵਰਨਮੈਂਟ ਦਾ ਹੀ ਆ। ਉਹ ਗਵਰਨਮੈਂਟ ਦਾ ਡਿਸੀਜਨ ਜਦੋਂ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਉੱਤੇ ਥੋਪਦੇ ਹੋ, ਜਿਸ ਤਰ੍ਹਾਂ ਕਿ ਸਾਡੇ ਸਕੂਲ ਬੋਰਡ ਦੇ ਉੱਤੇ ਵੀ ਥੋਪਿਆ ਗਿਆ ਵੀ ਤੁਸੀਂ ਇਹ ਸਕੂਲ 100% ਖੋਲੋ। ਉਸ ਤੋਂ ਬਾਅਦ ਜਦੋਂ ਐਡਵੋਕੇਸੀ ਹੋਈ ਜਿਹਦੇ ਵਿੱਚ ਮੈਂ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਵੀ ਇਹ ਜਿਹੜੇ ਪੇਰੈਂਟਸ ਦੀ ਆਵਾਜ਼ ਸੁਣੋ, ਤੁਸੀਂ ਪੇਰੈਂਟਸ ਨੂੰ ਤੇ ਸਟੂਡੈਂਟਸ ਨੂੰ ਜਿਹੜੀ ਚੁਆਇਸ ਦਿਓ ਵੀ ਉਹ ਸਕੂਲ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ। ਉਹਦੇ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਉਹ ਡਿਸੀਜਨ ਚੇਂਜ ਕੀਤਾ। ਡਿਸੀਜਨ ਚੇਂਜ ਹੋਣ ਤੋਂ ਬਾਅਦ ਵੀ ਉਹਨਾਂ ਨੇ ਸੁਪਰੀਡੈਂਟੈਂਟ ਆਫਿਸ ਨੂੰ ਇਹੀ ਹਦਾਇਤਾਂ ਦਿੱਤੀਆਂ ਵੀ ਤੁਸੀਂ ਆਪਣੇ ਵੱਲੋਂ ਮੈਕਸਿਮਮ ਟਰਾਈ ਕਰੋ, ਫਿਰ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਾਪਸ ਭੇਜਣ ਦੀ। ਤਾਂ ਹੀ ਉਹ ਜਿਹੜੇ ਕੰਸੈਂਟ ਇਸ ਹਿਸਾਬ ਨਾਲ ਸਾਈਨ ਕਰਾਏ ਗਏ ਕਿ ਪੀਪਲ ਇੰਨੇ ਕੁ ਜ਼ਿਆਦਾ ਲੋਕੀ ਜਿਹੜੇ ਡਰ ਗਏ ਕਿ ਵੀ ਅਸੀਂ ਨਹੀਂ ਵਾਪਸੀ ਭੇਜ ਦਿੰਦੇ ਹਾਂ, ਵੀ ਉਸ ਤੋਂ ਬਾਅਦ ਤਾਂ ਫਿਰ ਜਨਵਰੀ ਤੱਕ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਵਾਪਸ ਹੀ ਨਹੀਂ ਭੇਜ ਸਕਾਂਗੇ ਜੇ ਅਸੀਂ ਇਹਦੇ ਤੇ ਕੰਸੈਂਟ ਦੇ ਉੱਤੇ ਸਾਈਨ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੇ ਜਿਹੜੇ ਕਾਫੀ ਜ਼ਿਆਦਾ ਫੈਸਲੇ ਜਿਹੜੇ ਉਹ ਜਨਤਾ ਦੇ ਉੱਤੇ ਥੋਪੇ ਜਾਂਦੇ ਆ ਸਰਕਾਰਾਂ ਵੱਲੋਂ, ਤੇ ਪੋਲਿਟਿਕਸ ਹੈ ਜੀ। ਟੈਕਸ ਕੱਟ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਲਿਬਰਲ ਸਰਕਾਰ ਦੇ ਵੱਲੋਂ, ਪਰ ਲਿਬਰਲ ਸਰਕਾਰ ਦੇ ਵੱਲੋਂ ਅਜੇ ਵੀ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਗਈ ਹਸਪੀਟਲਸ ਨੂੰ ਲੈ ਕੇ, ਸਕੂਲਸ ਨੂੰ ਲੈ ਕੇ। ਦੇਖੋ ਜਿਹੜੀ ਜਿਸ ਇਕਨੋਮੀ ਦੀ ਆਪਾਂ ਇਸ ਟਾਈਮ ਗੱਲ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਡੈਫਿਸਿਟ ਦੀ ਗੱਲ ਕਰ ਰਹੇ ਹਾਂ। ਲਿਬਰਲ ਸਰਕਾਰ ਨੂੰ ਇੱਕ ਡੁੱਬਦੀ ਹੋਈ ਕਿਸ਼ਤੀ ਮਿਲਣੀ ਆ 24 ਤਰੀਕ ਨੂੰ, ਇਹ ਤੁਸੀਂ ਸਾਰੇ ਬਹੁਤ ਚੰਗੀ ਭਾਂਤੀ ਜਾਣਦੇ ਹੋ। ਉਹ ਡੁੱਬਦੀ ਹੋਈ ਕਿਸ਼ਤੀ ਦੇ ਵਿੱਚੋਂ ਸਾਰਿਆਂ ਨੂੰ ਪਾਰ ਸਿਰਫ ਤੇ ਸਿਰਫ ਲਿਬਰਲ ਗਵਰਨਮੈਂਟ ਹੀ ਲਗਾ ਸਕਦੀ ਆ। ਇਹ ਐਨਡੀਪੀ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈਗੀ। ਜੇ ਤੁਸੀਂ ਇਹਨਾਂ ਨੂੰ ਇਲੈਕਟ ਕਰਕੇ ਵਾਪਸ ਸੱਤਾ ਦੇ ਵਿੱਚ ਲਿਆਂਦਾ, ਮੈਂ ਫਿਰ ਦੁਬਾਰਾ ਇੱਥੇ ਹੀ ਤੁਹਾਡੇ ਪਲੇਟਫਾਰਮ ਦੇ ਉੱਤੇ ਬੈਠਾ ਹੋਊਂਗਾ ਔਰ ਆਪਾਂ ਗੱਲ ਕਰ ਰਹੇ ਹੋਵਾਂਗੇ ਵੀ ਉਦੋਂ ਲੋਕਾਂ ਨੇ ਬਹੁਤ ਵੱਡੀ ਮਿਸਟੇਕ ਕੀਤੀ ਤੇ ਜਿਹਦਾ ਕਿ ਆਪਣੇ ਕੋਲ ਤੋਂ ਬਾਅਦ ਦੇ ਵਿੱਚ ਰਿਕਵਰੀ ਵੀ ਹੋਣੀ ਜਿਹੜੀ ਮੁਸ਼ਕਲ ਹੋ ਜਾਏਗੀ। ਬਿਲਕੁਲ। ਨਾਲ ਕੰਪੀਟੀਸ਼ਨ ਕਿਵੇਂ ਦੇਖਦੇ ਹੋ ਆਪਦਾ ਫਲੀਟਵੁੱਡ ਦੇ ਵਿੱਚ, ਕਿਉਂਕਿ ਜਿਹੜੇ ਤੁਹਾਡੇ ਕੰਪੀਟੀਟਰ ਨੇ ਉਹ 4 ਵਾਰ ਐਮਐਲਏ ਰਹਿ ਚੁੱਕੇ ਨੇ? ਬਿਲਕੁਲ ਜੀ, ਔਰ ਮੈਂ ਉਹ ਤੁਸੀਂ ਆ ਬੜਾ ਘਰੋੜ ਕੇ ਕਿਹਾ ਜੀ 4 ਵਾਰ ਐਮਐਲਏ ਕਹਿ ਰਹਿ ਚੁੱਕੇ ਆ। ਮੇਰਾ ਕੁਐਸਚਨ ਇਹ ਆ ਉਹਨਾਂ ਨੂੰ 4 ਵਾਰ ਐਮਐਲਏ ਨੂੰ ਵੀ 4 ਵਾਰਾਂ ਦੇ ਵਿੱਚੋਂ ਕਿੰਨੀ ਵਾਰੀ ਤੇ ਕਿਹੜੀਆਂ ਤੁਹਾਨੂੰ ਮਿਨਿਸਟਰੀਆਂ ਮਿਲੀਆਂ ਜੀ? That is my question to my opponent, ਹੈ ਨਾ। ਜੇ ਤੁਸੀਂ ਸਿਰਫ ਉੱਥੇ ਜਾ ਕੇ ਮੇਜ਼ ਖੜਕਾ ਕੇ ਵਿਕਟੋਰੀਆ ਤੋਂ ਵਾਪਸ ਆ ਜਾਣਾ, ਫਿਰ ਮੇਰੇ ਹਿਸਾਬ ਨਾਲ ਉਹ 5ਵੀਂ ਵਾਰੀ ਇਲੈਕਟ ਹੋਣ ਦੇ ਹੱਕ 'ਚ ਨਹੀਂ, ਉਹ ਮਤਲਬ ਕਿ ਉਹ ਨਹੀਂ ਦਾਅਵਾ ਕਰਨਾ ਚਾਹੀਦਾ ਮੈਂ 5ਵੀਂ ਵਾਰੀ ਮੈਨੂੰ ਤੁਸੀਂ ਇਲੈਕਟ ਕਰਕੇ। ਫਲੀਟਵੁੱਡ ਦੇ ਲਈ ਕਿਹੜੀਆਂ ਪ੍ਰਾਇੋਰਟੀਜ਼ ਹੋਣਗੀਆਂ ਤੁਹਾਡੀਆਂ ਜੇ ਤੁਸੀਂ ਇਲੈਕਟ ਹੁੰਦੇ ਆ ਤਾਂ? ਦੇਖੋ ਫਲੀਟਵੁੱਡ ਲਈ ਸਾਰਿਆਂ ਨਾਲੋਂ ਜਿਹੜੀ ਜ਼ਿਆਦਾ ਪ੍ਰਾਇੋਰਟੀ ਇਹ ਹੈ ਵੀ ਜਿਹੜਾ ਸਾਡਾ ਕੈਂਡੀਡੇਟ ਆ ਉਹ ਸਾਡੇ ਲਈ ਐਕਸੈਸਿਬਲ ਹੋਵੇ। ਰਾਈਟ, ਮੇਰਾ ਇਹੀ ਵਾਅਦਾ ਹੈਗਾ ਮੇਰੇ ਸਾਰੇ ਕਨਸਟੀਟੂਐਂਟਸ ਨੂੰ, ਸਾਰੇ ਵੋਟਰਸ ਨੂੰ, ਆਈ ਵਿਲ ਬੀ 100% ਐਕਸੈਸਿਬਲ ਟੂ ਯੂ ਗਾਇਜ਼। ਤੁਹਾਡੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈਗੀ ਆ ਉਹਦਾ ਮੈਂ ਸਮਾਧਾਨ ਕਰ ਨਾ ਸਕਾਂ, ਜ਼ਰੂਰੀ ਨਹੀਂਗਾ ਹਰੇਕ ਸਮੱਸਿਆ ਦਾ ਤੁਸੀਂ ਸਮਾਧਾਨ ਕਰ ਸਕੋ, ਪਰ ਤੁਹਾਡੀ ਮੈਂ ਸਮੱਸਿਆ ਨੂੰ ਜ਼ਰੂਰ ਸੁਣੂੰਗਾ, ਪੂਰੇ ਦਿਲ ਦੇ ਨਾਲ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ। ਠੀਕ ਆ, ਇਹ ਮੇਰਾ ਜਿਹੜਾ ਵਾਅਦਾ ਫਲੀਟਵੁੱਡ ਦੇ ਕਨਸਟੀਟੂਐਂਟਸ ਨੂੰ ਹੈਗਾ। ਸਾਡੇ ਉੱਥੇ ਜਿਹੜੀਆਂ ਸਮੱਸਿਆਵਾਂ ਚਾਹੇ ਅਗੇਨ ਰਿਲੇਟਡ ਟੂ ਸਕੂਲਸ, ਓਵਰ ਪੋਰਟੇਬਲਸ, ਟਰੱਕਿੰਗ ਦੇ ਜਿਹੜੇ ਇਸ਼ੂਜ਼ ਹੈਗੇ ਉਹਨਾਂ ਨੂੰ ਕਿੱਦਾਂ ਰਿਜ਼ੋਲਵ ਕਰਨਾ, ਜਿਹੜਾ ਟੈਕਸੀ ਭਾਈਚਾਰੇ ਦੇ ਜਿਹੜੇ ਇਸ਼ੂਜ਼ ਹੈਗੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨੀ, ਉਹਨਾਂ ਦੀਆਂ ਕਿੱਦਾਂ ਜੌਬਸ ਪ੍ਰੋਟੈਕਟ ਕਰਨੀਆਂ, ਮੇਕ ਸ਼ੋਰ ਕਰਨਾ ਕਿ ਜਿੰਨਾ ਉਹਨਾਂ ਨੂੰ ਮਿਨੀਮਮ ਇਨਕਮ ਚਾਹੀਦੀ ਹੈਗੀ ਉਹ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਅਫੋਰਡੇਬਲ ਬਣਾ ਸਕਦੇ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਸਾਡੇ
ਫਾਰਮ ਓਨਰਸ ਬੜੇ ਜ਼ਿਆਦਾ ਫਲੀਟਵੁੱਡ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਜਿਹੜਾ ਮਸਲਾ ਸੀਗਾ ਵੀ ਜਿਹੜਾ ਇਹ ਫਾਰਮ ਜਿਹੜੀ ਉਹ ਤੁਸੀਂ ਹਾਊਸ ਸਾਈਜ਼ਸ ਆ ਉਹਨੂੰ ਲਿਮਿਟ ਕਰ ਦੇਣਾ, ਇਹੋ ਜਿਹੇ ਬਹੁਤ ਸਾਰੇ ਮੁੱਦੇ ਜਿਹੜੇ, ਫਿਰ ਟਰਾਂਸਪੋਰਟੇਸ਼ਨ ਦਾ ਮੁੱਦਾ, ਉੱਥੇ ਸਕਾਈ ਟ੍ਰੇਨ ਦਾ ਮੁੱਦਾ ਹੈਗਾ, ਤਾਂ ਉਹ ਸਾਰੇ ਜਿਹੜੇ ਮੁੱਦਿਆਂ ਦੇ ਉੱਤੇ ਮੈਂ ਬਹੁਤ ਹੀ ਗੰਭੀਰਤਾ ਨਾਲ ਜਿਹੜਾ ਇਹ ਫਾਈਟ ਕਰਨ ਲਈ ਤਿਆਰ ਹੈਗਾ ਗਵਰਨਮੈਂਟ ਦੇ ਨਾਲ। ਔਰ ਜੋ ਲੋੜੀਂਦਾ ਰਿਸੋਰਸਿਸ ਸਰੀ ਫਲੀਟਵੁੱਡ ਨੂੰ ਚਾਹੀਦੇ ਆ, ਉਹਦੇ ਲਈ ਇੱਕ ਬੁਲੰਦ ਆਵਾਜ਼ ਆਪਣੇ ਵਿਕਟੋਰੀਆ ਦੇ ਵਿੱਚ ਬਣਨ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਵਾਅਦਾ ਕਰਦਾ। ਬਿਲਕੁਲ ਮਿਸਟਰ ਤਿੰਨ, ਜਿੰਨੇ ਵੀ ਤੁਸੀਂ ਇਸ਼ੂ ਗਿਣਾਇਆ, ਹੋਰ ਬਹੁਤ ਸਾਰੇ ਇਸ਼ੂ ਹੈਗੇ ਨੇ ਸਾਡੇ ਸਰੀ ਦੇ ਵਿੱਚ। ਜੇ ਅਸੀਂ ਹੋਮਲੈਸਨੈਸ ਦੀ ਗੱਲ ਕਰੀਏ, ਹਸਪੀਟਲਸ ਦੀ ਗੱਲ ਕਰੀਏ, ਉਹਨੂੰ ਡੀਟੇਲ ਦੇ ਵਿੱਚ ਗੱਲ ਕਰਾਂਗੇ, ਪਰ ਉਹਦੇ ਲਈ ਅਸੀਂ ਇੱਕ ਹੋਰ ਸ਼ੋਅ ਜਿਹੜਾ ਹੈਗਾ ਉਹ ਕਰਾਂਗੇ, ਤੇ ਉਹਦੇ ਲਈ ਅਸੀਂ ਮੇਬੀ ਅਸੀਂ ਲਾਈਵ ਕਾਲਰਸ ਜਾਂ ਲਾਈਵ ਟਾਕ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਪਰ ਅੱਜ ਅਸੀਂ ਪੀਐਸਟੀ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਹੈਗਾ, ਜਿਹੜੀ ਨਵੀਂ ਅਨਾਉਂਸਮੈਂਟ ਹੋਈ ਹੈ। ਹੋਰ ਜਿਹੜੀਆਂ ਅਨਾਉਂਸਮੈਂਟ ਆਉਂਦੀਆਂ ਰਹਿਣੀਆਂ ਹੈਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਉਹਦੇ ਬਾਰੇ ਵੀ ਗੱਲਬਾਤ ਹੋਵੇਗੀ। ਤੇ ਤਦ ਤੱਕ ਲਈ ਬੈਸਟ ਆਫ ਲੱਕ ਟੂ ਯੂ, ਗੁੱਡ ਲੱਕ। ਐਂਡ ਤੁਹਾਨੂੰ ਲਿਬਰਲ ਸਰਕਾਰ ਦੇ ਵੱਲੋਂ, ਜੇ ਲਿਬਰਲ ਸਰਕਾਰ ਆਉਂਦੀ ਹੈ ਤਾਂ ਦੇਖਿਆ ਨਾ ਹੋਵੇਗਾ ਕਿ ਕੀ ਕੁਝ ਲਿਬਰਲ ਸਰਕਾਰ ਜਿਹੜੀ ਕਰਦੀ ਹੈ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਵਾਅਦੇ ਹੁੰਦੇ ਆ। ਅਰਸ਼ਦੀਪ, ਇੱਕ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਮੀਡੀਆ ਤੇ ਬਲਾਈਂਡ ਫੇਥ ਨਾ ਕਰੋ। ਜੋ ਮੀਡੀਆ ਤੁਹਾਨੂੰ ਕਹਿ ਰਿਹਾ, ਸਪੈਸ਼ਲੀ ਜਿਹੜਾ ਰੇਡੀਓ ਦੇ ਉੱਤੇ ਅੱਜ ਇੱਕ ਟਾਕ ਸ਼ੋਅ ਹੋਇਆ, ਉਹਦੇ ਵਿੱਚ ਉਹਨਾਂ ਨੇ ਬਹੁਤ ਕਲੀਅਰਲੀ ਕਹਿ ਰਹੇ ਆ ਵੀ ਗੈਰੀ ਥਿੰਦ ਜਾਂ ਉਹਦੇ ਸਪੋਰਟਰ ਲੋਕਾਂ ਨੂੰ ਜਾ ਕੇ ਇਹ ਕਹਿ ਰਹੇ ਹੈਗੇ ਆ ਵੀ ਤੁਸੀਂ ਬੈਲਟ ਪੇਪਰ ਸਾਨੂੰ ਦਿਓ ਜਾਂ ਤੁਹਾਡੀ ਇਨਫੋਰਮੇਸ਼ਨ ਸਾਨੂੰ ਦਿਓ, ਤੇ ਅਸੀਂ ਤੁਹਾਡੇ ਲਈ ਮੇਲ ਇਨ ਬੈਲਟ ਆਰਡਰ ਕਰ ਦਿੰਦੇ। ਮੈਂ ਤੁਹਾਡੇ ਸਾਰੇ ਵਿਊਅਰਸ ਨੂੰ ਦੱਸਣਾ ਚਾਹੁੰਦਾ, ਸਰਾਸਰ ਝੂਠੇ ਇਲਜ਼ਾਮ ਹੈ। ਉਹ ਪਹਿਲਾਂ ਵੀ ਇੱਕ ਵਾਰੀ ਇਹ ਪੱਤਾ ਖੇਡ ਚੁੱਕੇ ਆ, ਦੁਬਾਰਾ ਫਿਰ ਖੇਡਣਾ ਚਾਹੁੰਦੇ ਆ। ਤੁਸੀਂ ਉਹਨਾਂ ਦੇ ਐਸ ਮਨਸ਼ਾ ਨੂੰ ਕਾਮਯਾਬ ਨਾ ਹੋਣ ਦਿਓ। ਕਿਸੇ ਨੂੰ ਕੋਈ ਵੀ ਕੁਐਸਚਨ ਹੈ, ਤੁਸੀਂ ਮੈਨੂੰ ਡਾਇਰੈਕਟਲੀ ਫੋਨ ਕਰੋ, ਮੇਰੇ ਕੈਂਪੇਨ ਆਫਿਸ ਵਿੱਚ ਆਓ। ਮੈਨੂੰ ਇਹ ਜਿਹੜਾ ਮੇਰੇ ਲਈ ਇਲੈਕਸ਼ਨ ਪਹਿਲੀ ਵਾਰੀ ਨਹੀਂ ਮੈਂ ਰਨ ਕਰ ਰਿਹਾ, ਮੈਂ ਇਲੈਕਸ਼ਨ BC ਦੀਆਂ ਸਾਰੀਆਂ ਪਾਲਿਸੀਜ਼ ਗਾਈਡਲਾਈਨਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਔਰ ਉਹਨਾਂ ਤੇ ਮੈਂ ਤੇ ਮੇਰੀ ਪੂਰੀ ਟੀਮ ਜਿਹੜੀ 100% ਵਚਨਬੱਧ ਹੈ ਉਹਦੇ ਉੱਤੇ ਫਰਮਲੀ ਤੇ ਸੋਲਿਡਲੀ ਜਿਹੜਾ ਆਪਣਾ ਉਹ ਸਟੈਂਡ ਰੱਖਣ ਦੀ। ਔਰ ਸਾਨੂੰ ਸਾਰਿਆਂ ਨੂੰ ਪਤਾ ਵੀ ਹੈ ਤੇ $20,000 ਤੱਕ ਦਾ ਜੁਰਮਾਨਾ ਹੋ ਸਕਦਾ, ਤੁਹਾਨੂੰ ਕੈਦ ਵੀ ਹੋ ਸਕਦੀ ਜੇ ਤੁਸੀਂ ਉਹ ਗਾਈਡਲਾਈਨਸ ਜਿਹੜੀਆਂ ਉਹਨਾਂ ਨੂੰ ਬ੍ਰੇਕ ਕਰਦੇ ਹੋ। ਸੋ ਮੈਂ ਇਹ ਵਿਸ਼ਵਾਸ ਦਿਲਵਾਨਾ, ਮੇਰੇ ਜਾਂ ਮੇਰੀ ਕੋਈ ਵੀ ਟੀਮ ਵੱਲੋਂ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਝੂਠਾ ਜਿਹੜਾ ਇਹ ਇਲਜ਼ਾਮ ਹੈਗਾ, ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਅਸੀਂ ਜਿਹੜੀ ਉਹ ਆਪਣੇ ਵੋਟਰਸ ਨੂੰ ਰਿਕੁਐਸਟ ਨਹੀਂ ਕਰ ਰਹੇ ਹੈਗੇ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ। ਅਸੀਂ ਤਾਂ ਇਹ ਕਹਿੰਦੇ ਤੁਸੀਂ ਆਪਣਾ ਡਿਸੀਜਨ ਜਿਹੜਾ, ਬਹੁਤ ਸੂਝਵਾਨ ਸਾਰੇ ਵੋਟਰ ਅੱਜ ਕੱਲ੍ਹ, ਤੁਸੀਂ ਆਪਣਾ ਇਨਫੋਰਮਡ ਡਿਸੀਜਨ ਬਣਾਓ। ਪਹਿਲਾਂ ਪਾਲਿਸੀਜ਼ ਨੂੰ ਸਟੱਡੀ ਕਰੋ, ਦੇਖੋ ਵੀ ਕਿਹੜੀ ਪਾਰਟੀ ਤੁਹਾਡੇ ਹੱਕਾਂ ਦੀ ਗੱਲ ਕਰ ਸਕਦੀ, ਕਿਹੜੀ ਪਾਰਟੀ ਇਕਨੋਮੀ ਨੂੰ ਸਸਟੇਨ ਕਰ ਸਕਦੀ ਹੈਗੀ ਆ, ਤੇ ਕਿਹੜੀ ਪਾਰਟੀ ਤੁਹਾਡੇ ਜੌਬਸ ਨੂੰ ਪ੍ਰੋਟੈਕਟ ਕਰ ਸਕਦੀ। ਫਿਰ ਤੁਸੀਂ ਆਪਣਾ ਫੈਸਲਾ ਜਿਹੜਾ ਵੀ ਉਹ ਬਣਾਓ ਤੇ ਉਹਦੇ ਅਕੋਰਡਿੰਗਲੀ ਜਿਹੜੀ ਆਪਣੀਆਂ ਵੋਟਸ ਪਾਓ। 15 ਤਰੀਕ ਤੋਂ ਐਡਵਾਂਸ ਪੋਲ ਸਟਾਰਟ ਹੋ ਰਹੀ ਆ, 15 ਤੋਂ 21 ਤੱਕ ਐਡਵਾਂਸ ਪੋਲ ਹੈਗੀ ਆ, 24 ਤਰੀਕ ਨੂੰ ਜਿਹੜੀ ਮੇਨ ਪੋਲਿੰਗ ਡੇਟ ਹੈ। ਸੋ ਜਿਹੜਾ ਮੇਲ ਇਨ ਬੈਲਟ ਆ, ਤੁਸੀਂ 5 ਮਿੰਟ ਲੱਗਦੇ ਆ, ਅਸੀਂ ਉਹ ਸਾਰਿਆਂ ਨੂੰ ਲਿੰਕ ਉਹਦਾ ਜ਼ਰੂਰ ਫਾਰਵਰਡ ਕਰ ਰਹੇ ਹਾਂ ਜੀ, ਉਹਦਾ ਵੀ ਕਿੱਥੋਂ ਉਹ ਮੇਲ ਇਨ ਬੈਲਟ ਆਰਡਰ ਹੋਣਾ, ਉਹ ਸਾਰੇ ਅਸੀਂ ਸਾਰਿਆਂ ਨੂੰ ਫਾਰਵਰਡ ਕਰ ਰਹੇ ਹਾਂ। ਤੇ ਉਹ ਤੁਸੀਂ ਘਰੇ ਬੈਠ ਕੇ ਆਪ 5 ਮਿੰਟਾਂ 'ਚ ਆਰਡਰ ਕਰ ਸਕਦੇ ਹੋ। ਘਰੇ ਮੇਲ ਇਨ ਬੈਲਟ ਆਇਆ, ਤੁਸੀਂ ਆਪਣੀ ਵੋਟ ਪਾ ਕੇ ਉਹਨੂੰ ਜਿਹੜਾ ਮੇਲ ਇਨ ਵਿੱਚ ਡ੍ਰੌਪ ਕਰ ਦਿਓ, ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈਗੀ ਜੀ ਤੁਹਾਨੂੰ। ਜੀ ਬਿਲਕੁਲ, ਥੈਂਕ ਯੂ ਮਿਸਟਰ ਥਿੰਦ। ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਗੱਲਬਾਤ ਹੋਈ ਅੱਜ ਮਿਸਟਰ ਥਿੰਦ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਰੂਮਰਸ ਦੇ ਉੱਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ। ਤੇ ਅਸੀਂ ਇੱਕ ਮੀਡੀਆ ਹੋਣ ਦੇ ਨਾਤੇ ਵੀ ਤੁਹਾਨੂੰ ਇਹ ਕਹਿ ਰਹੇ ਹੈਗੇ ਆ ਕਿ ਰੂਮਰਸ ਦੇ ਵਿਸ਼ਵਾਸ ਨਾ ਕਰੋ। ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ, ਜੇ ਤੁਹਾਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਮੇਲ ਇਨ ਬੈਲਟ ਆਰਡਰ ਕਰਨੀ ਹੈ, ਤੁਸੀਂ ਆਪਣੇ ਘਰ ਦੇ ਫੈਮਿਲੀ ਮੈਂਬਰ ਨਾਲ ਡਿਸਕਸ ਕਰ ਸਕਦੇ ਹੋ। ਪਾਰਟੀਆਂ ਦੀਆਂ ਪਾਲਿਸੀਜ਼ ਜਿਹੜੀਆਂ ਨੇ ਜਾਣ ਸਕਦੇ ਹੈਗੇ ਹੋ ਕਿ ਕਿਹੜੀ ਪਾਰਟੀ ਕਿਹੜੀਆਂ ਪਾਲਿਸੀਜ਼ ਦੇ ਕੇ, ਕਿਹੜੇ ਪਲੇਟਫਾਰਮ ਦੇ ਕੇ ਉਹ ਜਿਹੜਾ ਹੈ ਵੋਟਰਸ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਕਹਿ ਰਹੇ ਨੇ ਕਿ ਅਸੀਂ BC ਵਾਸੀਆਂ ਦੇ ਲਈ ਕੰਮ ਕਰਾਂਗੇ। ਸੋ ਤੁਸੀਂ ਆਪਣੀ ਸਰਚ ਕਰਕੇ ਫਿਰ ਹੀ ਵੋਟ ਪਾਉਣੀ ਹੈ, ਤੇ ਵੋਟ ਪਾਉਣੀ ਨਾ ਭੁੱਲਿਓ, ਕਿਉਂਕਿ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਆ। ਸੋ 24 ਤਰੀਕ ਨੂੰ ਤੁਸੀਂ ਆਪਣੇ ਲਈ ਰਾਈਟ ਕੈਂਡੀਡੇਟ, ਆਪਣੀ ਕਨਸਟੀਚੁਐਂਸੀ ਦੇ ਲਈ, ਆਪਣੇ ਏਰੀਆ ਦੇ ਲਈ ਰਾਈਟ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਉਣਾ ਹੈਗਾ। ਵੋਟਾਂ ਦੀ ਜਿਹੜੀ ਤੁਹਾਨੂੰ ਅਪਡੇਟ ਹੈਗੀ ਆ ਉਹ ਦਿੰਦੇ ਰਵਾਂਗੇ ਅਸੀਂ ਹਰ ਟਾਈਮ ਦੇ ਉੱਤੇ, ਕੀ ਅਪਡੇਟਸ ਆ ਰਹੀਆਂ ਨੇ, ਕਿਹੜੀ ਪਾਰਟੀ ਕੀ ਪ੍ਰੋਮਿਸ ਕਰ ਰਹੀ ਹੈ। ਤੁਹਾਡੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਹੁੰਦੀ ਰਹੇਗੀ। ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।